प्यारे दोस्तों, बड़ा शुभ दिन है। ਵੱਡੇ ਭਾਜੀ ਨਾਲ ਅੱਜ ਮਿਲਿਆ, ਮੇਰੀ ਦੂਸਰੀ ਮੀਟਿੰਗ ਹੋਈ ਹੈ ਔਰ ਪੰਜਾਬ ਮਾਡਲ ਨੂੰ ਆਲਮੋਸਟ ਅਨਵੇਲ ਕਰ ਚੁੱਕੇ ਹਾਂ। ਜਿਹੜਾ ਥੋੜਾ ਬਹੁਤਾ ਰਹਿੰਦਾ ਹੈ ਉਹ ਤੁਹਾਡੇ ਸਾਹਮਣੇ ਰੱਖਾਂਗੇ। We believe in vision. All men have eyes, few have the vision. And it is about the vision which makes the difference. Party with a difference is with a vision. ਝੂਠ ਵੇਚ ਕੇ, ਸੁਪਨੇ ਵੇਚ ਕੇ ਸਰਕਾਰਾਂ ਨਹੀਂ ਚੱਲ ਸਕਦੀ। ਸਕੀਮਾਂ ਤੇ ਜੁਗਾੜਾਂ ਦੇ ਨਾਲ ਸਰਕਾਰਾਂ ਨਹੀਂ ਚੱਲ ਸਕਦੀਆਂ। ਸਰਕਾਰਾਂ ਹਮੇਸ਼ਾ ਪਾਲਿਸੀ ਨਾਲ ਚੱਲਦੀਆਂ ਨੇ। ਪਾਲਿਸੀ ਵਿਦ ਬਜਟਰੀ ਐਲੋਕੇਸ਼ਨਸ, ਪਾਲਿਸੀ ਵਿਦ ਰਿਸਰਚ, policy where good intentions are executed. Therefore, I will start with governance reforms. ਇਹ ਜਿਹੜਾ ਪੰਜਾਬ ਮਾਡਲ ਹੈ, ਔਰ ਮੈਂ ਭਾਜੀ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ, ਕੁਝ ਪਹਿਲਾਂ ਦੱਸਿਆ, ਕੁਝ ਅੱਜ ਦੱਸਿਆ, ਕੁਝ ਮੈਂ ਅਨਵੇਲ ਕਰ ਚੁੱਕਿਆ। ਇਹ ਨਹੀਂ ਕਹਿੰਦਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਇੱਥੇ ਲੋਕ ਰੋਂਦੇ ਰਹਿੰਦੇ ਆ, ਨਕਾਰਾਤਮਕ ਸੋਚ ਵਾਲੇ ਹਾਏ ਦੁਹਾਈਆਂ ਪਾਉਂਦੇ ਰਹਿੰਦੇ ਆ, ਕ੍ਰਿਟਿਸਿਜ਼ਮ ਕਰਦੇ ਰਹਿੰਦੇ ਆ, ਮੁੱਦਿਆਂ ਤੋਂ ਭਟਕਾਉਂਦੇ ਰਹਿੰਦੇ ਆ ਔਰ ਕਹਿੰਦੇ ਰਹਿੰਦੇ ਆ ਖਜ਼ਾਨਾ ਖਾਲੀ ਹੈ, ਪਰ ਕੋਈ ਇਹ ਨਹੀਂ ਦੱਸਦਾ ਭਰਨਾ ਕਿਵੇਂ, ਕੋਈ ਹੱਲ ਨਹੀਂ ਦੱਸਦਾ। ਸਮੱਸਿਆ ਦੱਸਣ ਵਾਲੇ ਬੜੇ ਨੈਗੇਟਿਵ ਲੋਕ ਨੇ, ਪਰ ਸੋਲਿਊਸ਼ਨਸ is the most important thing. I know the problems and I know the solution. Therefore, this is a long drawn out 17 years of experience Punjab model. It is not my model. It is a model which belongs to every Punjabi. It is a model which, as much as it is mine, it is Javid's, it is yours, it is Paji's. Therefore, the first point that out of 17 years of experience, the Congress vision has come out with is governance reforms. Giving the power of the people back to the people, honoring the spirit of the Constitution, empowering the vision of Shri Rajiv Gandhi. 12,570 ਪਿੰਡਾਂ ਦੇ ਕੋਲ 170 ਪਾਵਰਾਂ ਨੇ, 11 ਟੈਕਸਿਸ ਲੈਵੀ ਕਰਨ ਦੀਆਂ ਪਾਵਰਾਂ ਨੇ, ਉਹ ਸਾਰੀਆਂ ਪੰਚਾਇਤ ਸੈਕਟਰੀਆਂ ਕੋਲ, ਤੇ ਇੱਥੇ ਇੱਕ ਛੋਟੀ ਜੀ ਮਿਨਿਸਟਰੀ ਦੇ ਕੋਲ, ਤੇ ਉਸ ਤੋਂ ਬਾਅਦ ਇੱਕ ਮਿਨਿਸਟਰ ਦੇ ਕੋਲ, ਚੀਫ ਮਿਨਿਸਟਰ ਦੇ ਕੋਲ ਕੈਦ ਨੇ। ਅਸੀਂ ਅੱਜ ਤੱਕ ਪੰਚਾਇਤੀ ਰਾਜ ਨੂੰ ਸਵਰਾਜ ਨਹੀਂ ਦੇ ਸਕੇ। ਅਸੀਂ ਉਸ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ। ਇਟ ਇਜ਼ ਕਾਲਡ ਦੀ 73rd amendment, ਜਿਹੜੀ ਨਰਸਿਮਹਾ ਰਾਓ ਜੀ ਨੇ ਕੀਤੀ ਸੀ। The 74th amendment is municipalities. ਮੁਨਸਿਪਾਲਟੀਆਂ ਨੂੰ ਸਰਕਾਰ ਟੋਟੇ ਦੇ ਕੇ ਪਾਲਦੀ ਹੈ। ਉਹਨਾਂ ਦੀ ਆਤਮ ਨਿਰਭਰਤਾ, ਉਹਨਾਂ ਦੀ ਖੁਦ ਮੁਖਤਿਆਰੀ ਖਤਮ ਕੀਤੀ ਹੋਈ। ਸੋ when you look at the government, ਸਾਡਾ ਜਿਹੜਾ ਮਨ ਹੈ, ਸਾਡਾ ਜਿਹੜਾ ਦਿਲ ਹੈ, ਉਹ ਆਊਟਸੋਰਸ ਕਰ ਦਿੱਤਾ ਹੈ। ਸਾਡੀ ਜਿਹੜੀ ਇਕਨੋਮੀ ਹੈ ਉਹ ਠੇਕੇਦਾਰਾਂ ਦੇ ਕੋਲ ਗਿਰਵੀ ਰੱਖ ਦਿੱਤੀ ਹੈ। Punjab model changes all this with the Jitega Punjab Commission. The Jitega Punjab Commission will be the mind of the government, work as principal policy advisory and think tank on the lines of Nehruji's Planning Commission. Will advise each department of the government and even give policy advice to MLAs. Punjab Assembly will be convened for at least 100 days. Punjab ਦੀ ਅਸੈਂਬਲੀ ਘੱਟ ਤੋਂ ਘੱਟ ਵੀ 100 ਦਿਨ ਚੱਲੇਗੀ। ਇਹ ਨਹੀਂ ਵੀ 6 ਮਹੀਨਿਆਂ ਬਾਅਦ 2 ਦਿਨ ਚੱਲੀ, ਇੱਕ ਦਿਨ ਵਿਚਰੀ ਤੇ ਦੂਜੇ ਦਿਨ ਚੀਫ ਮਿਨਿਸਟਰ ਦੀ ਇੱਕ ਮਾੜੀ ਜਿਹੀ ਸਪੀਚ ਦਿਖਾ ਦਿੱਤੀ ਤੇ ਬਾਕੀ ਕੋਈ ਬੋਲਣ ਲੱਗਿਆ ਤੇ ਬੱਤੀ ਗੁੱਲ। ਟੀਵੀ ਹੋਏਗਾ ਇੱਕ ਸਰਕਾਰੀ, ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਭਾਈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਰਾਜ ਸਭਾ ਔਰ ਰਾਜ ਸਭਾ ਦੇ ਨਾਲ ਲੋਕ ਸਭਾ ਚੱਲਦੀ ਹੈ ਔਰ ਸਾਰੀ ਦੁਨੀਆ ਦੇਖ ਸਕਦੀ ਹੈ, ਉਸ ਤਰ੍ਹਾਂ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਵਿਧਾਨ ਸਭਾ ਚੱਲੇਗੀ ਜੀ। ਇਹਦੇ ਨਾਲ ਨਾਲ
ਜਿਹੜੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੈ, ਜਿਹੜੀ ਇੱਕ ਮੁੱਖ ਮੰਤਰੀ ਦੇ ਹੱਥ 'ਚ ਹੀ ਰਹਿ ਗਈ, ਜਿਹੜੀ ਲੈਜਿਸਲੇਚਰ ਦੀ ਬਿਲਿਟਲਿੰਗ ਹੈ। ਲੋਕਾਂ ਨੇ ਐਮਐਲਏ ਚੁਣੇ ਸੀ, ਐਮਪੀ ਚੁਣੇ ਸੀ, ਲੋਕਾਂ ਨੇ ਅਫਸਰ ਨਹੀਂ ਸੀ ਚੁਣੇ। ਔਰ ਅਫਸਰਾਂ ਦੇ ਹੱਥਾਂ ਦੇ ਵਿੱਚ ਅਗਰ ਐਮਐਲਏ ਖੇਲਣਗੇ ਔਰ ਮਾਈਂਡ ਸਾਡਾ ਆਊਟਸੋਰਸ ਹੋ ਜਾਏਗਾ, ਔਰ ਬਾਅਦ ਚੋਂ ਵੱਡੀਆਂ ਵੱਡੀਆਂ ਕੰਪਨੀਆਂ ਅਰਨਸਟ ਯੰਗ ਫਲਾਨਾ ਢਮਕਾਨਾ ਕਾਨੂੰਨ ਬਣਾ ਕੇ ਐਮਐਲਏ ਦੇ ਹੱਥ 'ਚ ਦੇਣਗੇ 3 ਮਿੰਟ ਪਹਿਲਾਂ, ਤੇ ਉਹ ਅੱਧੇ ਘੰਟੇ ਬਾਅਦ ਪਾਸ ਹੋ ਜਾਣਗੇ, ਤੇ ਇਹ ਬਹੁਤ ਵੱਡੀ ਤਰਾਸਦੀ ਹੈ। Therefore, ਜਿਹੜੀ ਵੀ ਡੀਸੈਂਟਰਲਾਈਜੇਸ਼ਨ ਅਸੀਂ ਕਰ ਸਕਦੇ ਹਾਂ ਉਹ ਕਰਾਂਗੇ। ਔਰ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਦੁਆਰ ਜਾਏਗੀ। ਇਟਸ ਅ ਵੈਰੀ ਸਿੰਪਲ ਲਾਈਨ ਬਟ ਇਟ ਸੇਜ਼ ਇਟ ਆਲ। ਮੈਂ ਇੱਕ ਮੁੱਖ ਮੰਤਰੀ ਕੋਲ ਗਿਆ ਸੀ, ਸੈਕਟਰੀਏਟ ਖਾਲੀ ਪਿਆ ਭਾਜੀ, ਤੇ ਮੈਂ ਉਹਨੂੰ ਕਿਹਾ ਮਹਾਰਾਜ ਇੱਥੇ ਤਾਂ ਕਾਂ ਬੋਲਦੇ, ਚੱਕਰ ਕੀ ਹੈ? ਉਹ ਕਹਿੰਦਾ भैया लोग सरकार के पास नहीं आते, यहाँ सरकार लोगों के पास जाती है। इट्स अ फैंटास्टिक आइडिया। ਉਹਦਾ ਤਰੀਕਾ ਹੈ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ, ਡਿਜੀਟਲ ਪੰਜਾਬ। ਕਿਉਂ ਆਵੇ ਭਾਈ ਕੋਈ ਮਿਊਨਿਸਪੈਲਿਟੀ ਦੇ ਵਿੱਚ ਤੇ ਕਿਉਂ ਲਵੇ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਲਾਇਸੈਂਸ, ਹਾਂਜੀ ਨਕਸ਼ੇ, ਕਿਉਂ ਧੱਕੇ ਖਾਵੇ? ਕਿਉਂ ਬੰਦਾ ਅੰਮ੍ਰਿਤਸਰੋਂ ਜਲੰਧਰੋਂ ਸਿੱਧਾ ਚੰਡੀਗੜ੍ਹ ਜਾਵੇ ਤੇ ਉੱਥੇ 3 ਕਰੋੜ ਦੇ ਕੇ CLU ਪਾਸ ਕਰਾਵੇ? ਇਹ ਕਿਉਂ ਹੈ? ਕਿਉਂ ਬੰਦਾ ਥਾਣਿਆਂ 'ਚ ਜਾ ਕੇ ਇੱਕ ਖਸਰੇ ਨੰਬਰ ਦੇ ਉੱਤੇ 4-4 ਪਲਾਟ ਵਿਕੇ ਹੋਣ ਤੇ ਉਸ ਭੰਬਲ ਪੂਸੇ 'ਚ ਪਵੇ? ਕਿਉਂ ਮਾਂ ਕਵੇ ਵੀ ਪੁੱਤਰਾ ਤਹਿਸੀਲਦਾਰ ਨਹੀਂ ਲੱਗਣਾ, ਤੂੰ ਪਟਵਾਰੀ ਲੱਗ, ਤੇਰੀ ਮੌਜ ਨਾਲੇ ਮੇਰੀ ਮੌਜ? ਕਿਉਂ ਨਾ ਪੰਜਾਬ ਦਾ ਮਾਸਟਰ ਪਲਾਨ ਖਸਰੇ ਨੰਬਰਾਂ ਦੇ ਉੱਤੇ ਪੂਰੀ ਤਰ੍ਹਾਂ ਸੁਪਰ ਇੰਪੋਜ਼ ਹੋਵੇ ਤੇ ਘਰੇ ਬੈਠ ਕੇ ਤੁਸੀਂ ਖਸਰਾ ਨੰਬਰ ਲੈ ਸਕੋ, ਆਪਣਾ ਫਰਦਾ ਲੈ ਸਕੋ, ਇੰਤਕਾਲ ਲੈ ਸਕੋ, ਔਰ ਹਰ ਚੀਜ਼ ਨੂੰ ਲੈ ਸਕੋ। It's a doable thing. Almost 70% of the states in India and the world over run on digital portals. Why should an NRI come and be hassled over here? And why not sit in America, go to a single window system, and through that single window system get his policy cleared and come and invest over here? क्यों पैसे दबे, क्यों ब्यूरोक्रेसी को धक्के खावे, ते क्यों अफसरशाही ਉਹਦਾ ਸਾਫਾ ਉਹਦੇ ਗਲ 'ਚ ਪਾਵੇ? Therefore, we talk of digital Punjab. And the next is the biggest point. ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲਿਆਂ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਇਨਕਮ ਹੈ। ਇਨਕਮ ਸਰਕਾਰ ਦੇ ਰਿਸੋਰਸਸ ਦੀ ਸਰਕਾਰ ਕੋਲ ਨਹੀਂ ਆਉਂਦੀ, ਨਿੱਜੀ ਜੇਬਾਂ ਜਾਂਦੀ। ਅਸੀਂ 1 ਲੱਖ ਕਰੋੜ ਰੁਪਏ ਦੀ ਐਡੀਸ਼ਨਲ ਇਨਕਮ, 1 ਲੱਖ ਕਰੋੜ ਰੁਪਏ ਦੀ। If you aim at the sun, you might hit the moon. But if you aim at the top of the tree, you'll never get off the ground. ਇਸ ਕਰਕੇ ਨਿਸ਼ਾਨਾ ਉੱਚਾ ਹੋਣਾ ਚਾਹੀਦਾ। Most failures stem from aiming too low. ਅਸੀਂ 1 ਲੱਖ ਕਰੋੜ ਦਾ ਏਮ ਲਿਖਿਆ। ਜੇ 30,000 ਕਰੋੜ ਦੀ ਇਨਕਮ ਆਊ ਤੇ 60,000 ਹੋ ਜੂ, 40 ਆਊ ਤੇ 80 ਹੋ ਜੂ, 20 ਆਊ ਤੇ 40 ਹੋ ਜੂ। It's a very simple mathematics. And when I talk of this, we will make corporations. Saab ek liquor corporation on the lines of TASMAC. ਇੱਕੋ ਚੀਜ਼ ਸ਼ਰਾਬ ਐਸੀ ਹੈ, ਮੈਂ ਉਹਦੇ ਹੱਕ 'ਚ ਨਹੀਂ, ਪਰ ਜੇ ਵਿਕਦੀ ਹੈ ਤੇ ਪੈਸਾ ਸਟੇਟ ਦੇ ਖਜ਼ਾਨੇ ਜਾਣਾ ਚਾਹੀਦਾ। ਹੁਣ ਸ਼ਰਾਬ GST ਦੇ ਪਰਵਿਊ ਤੋਂ ਪਰੇ ਹੈ। It does not come under the purview of GST. ਇਸ ਕਰਕੇ ਸ਼ਰਾਬ ਦੇ ਉੱਤੇ ਵੈਟ ਲੱਗ ਸਕਦਾ ਹੈ। ਇਸ ਕਰਕੇ ਸ਼ਰਾਬ ਤੋਂ ਤਾਮਿਲਨਾਡੂ 37,000 ਕਰੋੜ ਰੁਪਇਆ ਕਮਾਉਂਦਾ ਹੈ। 2002 ਦੇ ਵਿੱਚ ਉਹ 2,300 ਕਮਾਉਂਦੇ ਸੀ ਤੇ ਅਸੀਂ 2,000 ਕਰੋੜ ਕਮਾਉਂਦੇ ਸੀ। ਤੇ ਇਹਨਾਂ 20 ਸਾਲਾਂ ਦੇ ਵਿੱਚ ਉਹ 37,500 ਕਰੋੜ ਰੁਪਏ ਕਮਾਉਂਦੇ ਆ ਤੇ ਅਸੀਂ 3 ਤੋਂ 4,000 ਕਰੋੜ, ਅਸੀਂ 500 ਕਰੋੜ ਲਈ ਲੜਦੇ ਹਾਂ। ਤੇ ਉਹ 15% ਇਨਕਰੀਜ਼ ਹਰ ਸਾਲ, which means almost 2,000 crores every year, and they employ more than 50,000 people. 50,000 ਬੰਦਿਆਂ ਨੂੰ ਉਹ 300 ਕਰੋੜ ਦਿੰਦੇ ਆ। ਔਰ ਮੈਂ ਜਦੋਂ ਇਹ ਡਬਲ ਕਰਨ ਦੀ ਗੱਲ ਕਰਦਾ ਤੇ ਤੁਸੀਂ ਇਹ ਸਮਝ ਲਓ ਕਿ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ।
ਫਿਰ ਉਹਦੇ ਤੇ ਸੂਦ ਮੋੜ ਰਹੇ ਆ। ਤੇ ਜਦੋਂ ਸਟੇਟ ਦੀ ਆਪਦੀ ਇਨਕਮ ਹੋਈ ਤੇ ਤੁਸੀਂ ਸੈਂਟਰ ਦੀਆਂ ਸਕੀਮਾਂ 'ਚ ਪਾਓ CSS, ਤੇ ਜੇ 40 ਪਾਓਗੇ 40 ਕਰੋੜ ਪਾਓਗੇ ਤੇ 60 ਕਰੋੜ ਮਿਲੇਗਾ, ਤੇ ਜੇ 50-50 'ਚ ਪਾਓਗੇ ਤੇ ਤੁਸੀਂ 50 ਕਰੋੜ ਪਾਓਗੇ ਤੇ ਤੁਹਾਨੂੰ 100 ਕਰੋੜ ਮਿਲੇਗਾ। Therefore, if you have an income, state income of let's say 30,000 crores, करीब 20 ਤੋਂ 25,000 ਕਰੋੜ ਰੁਪਈਆ L1 ਲਾਇਸੈਂਸ ਲਾ ਲਓ, ਵੈਟ ਲਾ ਲਓ, ਤੇ ਸ਼ਰਾਬ ਦੇ ਉੱਤੇ ਕੰਟਰੋਲ ਅਗਰ ਸਟੇਟ ਦਾ ਹੋਏ ਡਿਸਟਿਲਰੀਆਂ ਤੋਂ ਸਾਰੀਆਂ, ਤੇ ਕਰੀਬ 20 ਤੋਂ 25,000 ਕਰੋੜ ਉੱਥੋਂ ਲਾਓ, 3,000 ਕਰੋੜ ਰੁਪਈਆ ਰੇਤੇ ਤੋਂ, 5,000 ਕਰੋੜ ਰੁਪਈਆ ਰੈਗੂਲੇਟਰੀ ਕਮਿਸ਼ਨ ਔਨ ਕੇਬਲ, 1,000-1,500 ਕਰੋੜ ਰੁਪਈਆ from transport. Therefore, when you look at this 30,000 crores, there is an additional 18,000 that comes from tax compliances. ਅਸੀਂ 18 ਤੋਂ 20,000 ਕਰੋੜ ਰੁਪਈਆ ਟੈਕਸ ਕੰਪਲਾਇੰਸਿਸ ਤੇ ਛੱਡਦੇ ਹਾਂ। ਹੁਣ ਜੇ ਤੁਸੀਂ ਇਹਨੂੰ 50 ਨੂੰ ਡਬਲ ਕਰਨਾ ਹੈ 50 ਡਬਲ ਕਰ ਲਓ, 40 ਨੂੰ ਕਰਨਾ 40 ਡਬਲ ਕਰ ਲਓ, ਪਰ ਇਹ ਡਬਲ ਹੈ। ਲੇਕਿਨ ਅਸੀਂ ਕਰਜ਼ੇ ਲੈ ਕੇ ਅੱਧੇ ਤੋਂ ਵੀ ਘੱਟ ਦਿੰਦੇ ਆ, ਔਰ ਪੰਜਾਬ ਸਟੇਟ ਬੈਂਕਰਪਸੀ ਦੀ ਕਗਾਰ ਦੇ ਉੱਤੇ ਖੜਾ ਹੈ। ਹੁਣ ਇਹ ਇੱਕ ਲਿਕਰ ਕਾਰਪੋਰੇਸ਼ਨ, ਇੱਕ ਸੈਂਡ ਮਾਈਨਿੰਗ, ਇੱਕ ਲੌਂਗ ਰੂਟ ਬੱਸਸ only for PRTC and PANBus, and will give short route permits to youth in every village. And after doing that, ਅੱਜ 3,000 ਸਾਡੇ ਕੋਲ ਪਰਮਿਟ ਹੈ ਤੇ 8,000 ਬੱਸਾਂ ਚੱਲਦੀਆਂ। ਇਹ ਕਰਨ ਦੇ ਬਾਵਜੂਦ ਸਾਡੇ ਕੋਲ 1,500 ਕਰੋੜ ਰੁਪਇਆ ਹੋਊਗਾ। ਅੱਜ ਤੋਂ ਸਾਲ ਪਹਿਲਾਂ ਤਾਂ ਲੱਖੀ ਬਣਾਉਂਦਾ ਸੀ ਟਾਈਮ ਟੇਬਲ, ਲੇਕਿਨ ਟਾਈਮ ਟੇਬਲ ਵੀ ਔਨ ਦਾ ਡਿਜੀਟਲ ਪੋਰਟਲ ਹੋਏਗਾ। ਤੁਸੀਂ ਬੁਕਿੰਗ ਕਰਾਉਣੀ ਹੈ, ਘਰੇ ਬੈਠੇ ਆਪਣੀ ਬੁਕਿੰਗ ਕਰਾਓ, ਬੱਸ 'ਚ ਆ ਕੇ ਸਿੱਧਾ ਚੜ੍ਹ ਜਾਓ, ਠੀਕ ਹੈ ਜੀ। ਉਸ ਤੋਂ ਬਾਅਦ ਆਊਟਡੋਰ ਐਡਵਰਟਾਈਜ਼ਿੰਗ ਪਾਲਿਸੀ, ਇਹਦਾ ਸਿੱਧਾ ਪ੍ਰਮਾਣ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੁਧਿਆਣੇ ਇੱਕ ਟੈਂਡਰ ਪਾਇਆ ਸੀ, 50 ਲੱਖ ਜਿੱਥੇ ਲੁਧਿਆਣਾ ਕਮਾਉਂਦਾ ਸੀ, ਪਹਿਲੇ ਸਾਲ 37 ਕਰੋੜ ਆਇਆ ਸੀ। ਤੇ ਉਹ 37 ਕਰੋੜ ਘੱਟ ਹੈ ਕਿਉਂਕਿ ਕਾਟਲ ਸੀ, ਠੇਕੇਦਾਰੀ ਸੀ। ਇਹ ਠੇਕੇਦਾਰੀ ਤੋੜਨੀ ਹੈ, ਚਾਹੇ ਸ਼ਰਾਬ 'ਚ ਹੋਵੇ ਚਾਹੇ ਸੈਂਡ 'ਚ ਹੋਵੇ, ਕਿਉਂਕਿ ਜੇ ਠੇਕੇਦਾਰੀ ਹੈ ਤੇ ਚੀਫ ਮਿਨਿਸਟਰ ਭਾਵੇਂ ਕਿੰਨਾ ਹੀ ਕਹੀ ਜਾਏ ਵੀ ਜੀ ਇਹ ਘਟ ਗਿਆ ਤੇ ਠੇਕੇਦਾਰ ਕਹੂਗਾ ਉਹ ਤੋਂ ਹੀ ਘਟਾ ਲਓ, ਮੇਰੇ ਕੋਲ ਤਾਂ ਸਾਲ ਦਾ ਠੇਕਾ ਹੈ। Therefore, the cartels have to be broken, and somewhere down the line, ਅਸੀਂ ਆਊਟਡੋਰ ਪਾਲਿਸੀ ਚੋਂ, ਚਾਹੇ ਉਹ ਬੱਸ ਸਟੈਂਡ ਹੋਣ, ਕੀਓਸਕਸ ਹੋਣ, ਬੱਸਾਂ ਦੇ ਪਿੱਛੇ ਜਿੱਥੇ ਇੰਡੀਵਿਜੂਅਲਸ ਦੀ ਫੋਟੋ ਲੱਗੀ ਹੁੰਦੀ ਹੈ, ਉੱਥੇ ਤੁਸੀਂ ਉਹਨੂੰ ਸੇਲ ਕਰਕੇ 1,000 ਕਰੋੜ ਰੁਪਈਆ we will get out of the outdoor advertising policy. And this is doable. What I'm saying is less, we can do more. The biggest room in this world is the room for improvement. ਅੱਗੇ ਆ ਜਾਓ ਜੀ, ਕੋਆਪਰੇਟਿਵਸ। ਕੋਆਪਰੇਟਿਵ ਚਾਹੇ ਅਮੁਲ ਦਾ ਹੋਵੇ ਚਾਹੇ ਵੇਰਕੇ ਦਾ ਹੋਵੇ, ਛੋਟੇ ਵਪਾਰੀ ਨੂੰ, ਛੋਟੇ ਕਿਸਾਨ ਨੂੰ ਤੇ ਛੋਟੇ ਦੁੱਧ ਵੇਚਣ ਵਾਲੇ ਨੂੰ ਉਹ ਆਪਣੀ ਕੀਮਤ ਵਸੂਲ ਕਰਾ ਲੈਂਦਾ ਹੈ। ਚਾਹੇ ਕੋਈ 1000 ਲੀਟਰ ਦੁੱਧ ਪਾਉਂਦਾ ਹੋਵੇ, ਚਾਹੇ ਕੋਈ 2 ਲੀਟਰ ਦੁੱਧ ਪਾਉਂਦਾ ਹੋਵੇ, ਪ੍ਰਾਈਸ ਹਰੇਕ ਦੀ ਇੱਕ ਹੈ, ਚਾਹੇ ਕਿਸਾਨ ਹੋਵੇ। ਇਹ ਕੋਆਪਰੇਟਿਵਾਂ ਦੀ ਤਾਕਤ IAS ਅਫਸਰਾਂ ਦੇ ਹੱਥ 'ਚ ਦਿੱਤੀ ਹੋਈ ਹੈ, ਰਜਿਸਟਰਾਰਾਂ ਦੇ ਹੱਥ 'ਚ ਦਿੱਤੀ ਹੋਈ ਹੈ। ਸਾਡੀ ਸਰਕਾਰ ਅਗਰ ਆਉਂਦੀ ਹੈ ਤੇ ਇਹ ਸਾਰੀ ਦੀ ਸਾਰੀ ਤਾਕਤ ਜਾਂ ਕਿਸਾਨ ਕੋਲ ਹੋਏਗੀ, ਜਾਂ ਦੁੱਧ ਵੇਚਣ ਵਾਲਿਆਂ ਕੋਲ ਹੋਊਗੀ, ਜਾਂ ਜਿਹੜਾ ਵੀ ਕੋਆਪਰੇਟਿਵ ਬਣਾਏਗਾ ਉਹਨਾਂ ਲੋਕਾਂ ਦੇ ਹੱਥ 'ਚ ਹੋਊਗੀ, ਬਿਊਰੋਕ੍ਰੇਸੀ ਦੇ ਹੱਥ 'ਚ, ਰਜਿਸਟਰਾਰਾਂ ਦੇ ਹੱਥ 'ਚ ਨਹੀਂ ਹੋਏਗੀ। That I promise you. ਉਸ ਤੋਂ ਬਾਅਦ ਕੇਬਲ ਰੈਗੂਲੇਟਰੀ ਕਮਿਸ਼ਨ, ਕੇਬਲ ਦੀ ਜਿਹੜੀ ਤਾਕਤ ਹੈ ਉਹ ਇੱਕ ਬੰਦੇ ਦੇ ਕੋਲ ਮੋਨੋਪੋਲੀ ਬਣਾ ਕੇ ਦਿੱਤੀ ਹੋਈ ਹੈ, ਜੁਝਾਰ ਦੇ ਕੋਲ। ਜੁਝਾਰ ਸੁਖਬੀਰ ਦਾ ਦਲਾਲ ਹੈ, ਉਹਨੇ ਇੱਕ ਵੀ ਪੰਜੀ ਉਹਨੇ ਸਟੇਟ ਨੂੰ ਨਹੀਂ ਦਿੱਤੀ। ਉਹ ਮੋਨੋਪੋਲੀ ਬਣਾਈ ਬੈਠਾ, ਉਹ ਹਰੇਕ ਨੂੰ ਬਲੈਕਮੇਲ ਕਰਦਾ, ਵੱਡੇ ਵੱਡੇ ਚੈਨਲਾਂ ਨੂੰ ਕਹਿੰਦਾ ਓਏ ਇੰਨੇ ਕਰੋੜ ਦੇ ਦਿਓ ਨਹੀਂ ਤੇ ਕੱਟ ਦਿਆਂਗੇ ਤੁਹਾਡੀ। ਉਹ ਸਮਝਦੇ ਹੋ, ਅਸੀਂ ਉਹਦੀ ਮੋਨੋਪੋਲੀ ਤੋੜਾਂਗੇ, 5 ਤੋਂ 7 MSO ਲਿਆਵਾਂਗੇ। ਜਿੱਦਣ 5 ਤੋਂ 7 MSO ਲਿਆਂਦੇ, ਕੇਬਲ 450 ਤੋਂ ਸਿੱਧੀ 200 ਤੇ ਆ ਗਈ ਹੋਵੇਗੀ। 200 ਨਹੀਂ ਆਊਗੀ, 225 ਆ ਜਾਏਗੀ। ਕੰਪੀਟੀਸ਼ਨ ਵਿਲ ਬ੍ਰਿੰਗ ਦ ਰੇਟ ਡਾਊਨ। ਉਹ ਕਹਿੰਦਾ 10,000 ਤੋਂ 20,000 ਟੈਲੀਵਿਜ਼ਨ ਨੇ ਪੰਜਾਬ 'ਚ, ਮੈਂ ਕਹਿੰਦਾ 2 ਕਰੋੜ ਨੇ। ਹੀ ਕੰਸੀਲਸ ਇਟ, ਉਹ ਕੰਸੀਲ ਕਰਕੇ ਟੈਕਸਾਂ ਦੀ ਚੋਰੀ ਕਰਦਾ। ਮੈਂ ਲਿਆਇਆ ਸੀਗਾ ਪਾਲਿਸੀ, ਮੈਂ ਕਾਨੂੰਨ ਲਿਆਇਆ ਸੀਗਾ ਵੀ ਇਹਦੇ ਕੰਪਿਊਟਰ ਨੂੰ ਮੈਨੂੰ ਹੱਥ ਪਾਉਣ ਦਿਓ ਤੇ ਇਹਦੀਆਂ ਮੈਂ ਪਤੀੜਾਂ ਪਾ ਦੂੰ ਤੇ ਹਜ਼ਾਰਾਂ ਕਰੋੜ ਰੁਪਈਆ ਮੈਂ ਸਟੇਟ ਨੂੰ ਲਿਆ ਕੇ ਦੇ ਦੂੰਗਾ। ਉਹ ਨਹੀਂ ਹੋਣ ਦਿੱਤਾ। ਜਿਹੜਾ ਸਾਡਾ ਪੁਰਾਣਾ ਮੁੱਖ ਮੰਤਰੀ ਸੀ
ਉਹਦਾ ਪਿਆਰ ਮੁਹੱਬਤ ਸੀ ਇਹ ਜਿਹੇ ਸਾਰੇ ਲੋਕਾਂ ਨਾਲ, ਉਹਦੀ ਅੱਟੀ ਸੱਟੀ ਵੀ ਸੀ, ਉਹਦਾ 75-25 ਵੀ ਸੀ, ਇਸ ਕਰਕੇ ਉਹਨੇ ਹੋਣ ਨਹੀਂ ਦਿੱਤਾ। ਚਲੋ ਰੱਬ ਉਹਦਾ ਭਲਾ ਕਰੇ, ਵੈਸੇ ਹੋਣਾ ਹੈ ਨਹੀਂ। ਅੱਗੇ ਆਓ ਜੀ, ਕਿਸਾਨੀ। ਇਹ ਮੇਰੇ ਹੱਥ ਦਾ ਜਿਵੇਂ I know it like the back of my palm, because 17 ਸਾਲ ਇਹੀ ਸੁਪਨਾ ਜਿਉਂਦਾ ਰਿਹਾ ਮੈਂ, ਔਰ ਪਿਛਲੇ 2-3 ਸਾਲ ਤਾਂ ਜਦੋਂ ਕੈਪਟਨ ਨਾਲ ਖੜਕਦੀ ਸੀ ਤੇ ਵਿਹਲਾ ਵੀ ਰਿਹਾ, ਤੇ ਉਦੋਂ ਇਹੀ ਕੁਝ ਚੱਲਦਾ ਰਿਹਾ। Therefore ਇਹ ਕੰਮ ਆਏਗਾ ਬਹੁਤ। ਫਾਰਮਰਾਂ ਦੀ ਜਿੱਥੇ ਤੱਕ ਗੱਲ ਆਉਂਦੀ ਹੈ, ਅੱਜ ਪਾਰਟੀਆਂ ਕਿਸੇ ਤਾਕਤ ਲਈ ਜੂਝ ਰਹੀਆਂ ਨੇ ਕਿ ਭਾਈ ਤੁਸੀਂ ਸਾਨੂੰ ਤਾਕਤ ਦਿਓ, ਅਸੀਂ ਤੁਹਾਡਾ ਭਲਾ ਕਰਾਂਗੇ। ਭਾਈ ਸੈਂਟਰ ਵੱਲ ਕਦ ਤੱਕ ਦੇਖੀ ਜਾਵਾਂਗੇ? ਸੈਂਟਰ ਨੇ 3 ਕਾਲੇ ਕਾਨੂੰਨ ਅਗਰ ਵਾਪਸ ਵੀ ਕਰਾ ਲਏ ਤੁਸੀਂ ਗਲ 'ਚ ਪੁੱਠਾ ਦੇ ਕੇ, ਤੇ ਫਾਰਮਰ ਦੀ ਪੋਜੀਸ਼ਨ ਕਿੱਦਾਂ ਬਿਹਤਰ ਹੋਊਗੀ ਜੀ? ਇਸ ਤੋਂ ਪਿਛਲੇ ਸਾਲ ਜੂਨ ਦੇ ਵਿੱਚ ਆ ਕੇ ਖੜੇ ਹੋ ਗਏ ਆ। ਇੱਕ ਟਾਈਮ ਤੇ 8000 10000 ਖੁਦਕੁਸ਼ੀਆਂ ਹੋਈਆਂ, ਉਸ ਤੋਂ ਬਾਅਦ ਫੇਰ 10000 ਹੋਈਆਂ। ਫਾਰਮਰ ਦੀ ਪ੍ਰੋਬਲਮ ਹੈ ਵੱਧ ਰਹੀ ਲਾਗਤ, ਘਟ ਰਹੀ ਪ੍ਰੋਡਕਟਿਵਿਟੀ ਤੇ ਘਟ ਰਹੀ ਆਮਦਨ। ਸੈਂਟਰ ਦੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਡਬਲ ਕਰ ਦਿਆਂਗੇ, ਨਹੀਂ ਹੋਈ। ਮੈਂ ਕਹਿੰਦਾ ਤੁਸੀਂ ਤਾਕਤ ਜਿਹੜੀ ਸਟੇਟ ਨੂੰ ਦਿੱਤੀ, ਉਹ ਸਟੇਟ ਦੀ ਤਾਕਤ ਫਾਰਮਰ ਨੂੰ ਕਿਵੇਂ ਬਿਹਤਰ ਕਰ ਸਕਦੀ ਹੈ, ਇਹ ਸਵਾਲ ਹੈ। What can Punjab do with the powers that people have given them? ਸਿੱਧੀ ਗੱਲ, ਪੰਜਾਬ ਸਰਕਾਰ ਅਗਰ ਕਾਂਗਰਸ ਦੀ ਸਰਕਾਰ ਆਈ, ਅਸੀਂ ਦਾਲਾਂ ਤੇ ਆਇਲ ਸੀਡਸ ਤੇ ਮੱਕੀ ਦੇ ਉੱਤੇ ਪਨ ਗ੍ਰੇਨ ਤੇ ਮਾਰਕਫੈਡ ਤੋਂ ਪ੍ਰੋਕਿਉਰਮੈਂਟ ਕਰਾਂਗੇ ਜੀ, MSP ਦੇਾਂਗੇ ਲੀਗਲੀ ਔਰ ਠੋਕ ਕੇ ਦੇਾਂਗੇ। 75,000 ਕਰੋੜ ਰੁਪਏ ਦੇ ਆਇਲਸ, ਚਾਹੇ ਸੂਰਜਮੁਖੀ ਦਾ ਤੇਲ ਹੋਵੇ, ਚਾਹੇ ਸਰੋਂ ਦਾ ਤੇਲ ਹੋਵੇ, ਚਾਹੇ ਹੋਰ ਐਡੀਬਲ ਆਇਲਸ ਨੇ, ਇੰਡੀਅਨ ਗਵਰਨਮੈਂਟ ਇੰਪੋਰਟ ਕਰਦੀ ਹੈ। ਜੇ ਦਾਲਾਂ ਲਾ ਲਓ ਤੇ 1 ਲੱਖ ਕਰੋੜ ਰੁਪਏ ਦੀਆਂ ਦਾਲਾਂ ਤੇ ਇਹੀ ਤੇਲ ਇੰਪੋਰਟ ਹੁੰਦੇ ਆ। Therefore ਆਟਾ ਦਾਲ ਸਕੀਮ ਦੇ ਲਈ ਕਰੀਬ 500-700 ਕਰੋੜ ਰੁਪਏ ਦੀਆਂ ਦਾਲਾਂ ਅਸੀਂ ਇੰਪੋਰਟ ਕਰਦੇ ਹਾਂ। ਅਸੀਂ ਉਹ 500-700 ਕਰੋੜ ਰੁਪਏ ਸਾਈਡ ਤੇ ਰੱਖਾਂਗੇ। ਅਸੀਂ ਕਰਜ਼ੇ ਲੈ ਕੇ ਟਿਊਬਵੈਲ ਲਾਉਂਦੇ ਹਾਂ, ਪਾਣੀ ਘਟਾਉਂਦੇ ਹਾਂ, ਡਾਰਕ ਜ਼ੋਨ ਪੰਜਾਬ ਦੇ ਵਿੱਚ ਬਣਾਉਂਦੇ ਹਾਂ, ਤੇ ਪੱਲੇ ਕਿਸੇ ਦੇ ਕੁਝ ਨਹੀਂ ਪੈਂਦਾ। ਇਸ ਕਰਕੇ ਅੱਜ ਇੰਡੀਅਨ ਗਵਰਨਮੈਂਟ ਨੂੰ ਵੀ ਸਾਡੀ ਇੰਨੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਸਸਤਾ ਚਾਵਲ, ਸਸਤੀ ਕਣਕ ਮੱਧ ਪ੍ਰਦੇਸ਼ ਔਰ ਹੋਰਾਂ ਥਾਵਾਂ ਤੋਂ ਮਿਲਦੀ ਹੈ। ਇਸ ਲਈ ਯੂਜ਼ ਔਰ ਥਰੋ ਵਾਲੀ ਪਾਲਿਸੀ ਉਹਨਾਂ ਨੇ ਸਾਡੇ ਵਾਲੇ ਪਾਸੇ ਨੂੰ ਲਿਆਂਦੀ ਹੈ। ਇਸ ਕਰਕੇ ਵੀ ਵਾਂਟ ਡਾਈਵਰਸਿਫਿਕੇਸ਼ਨ। ਤੇ ਜੇ ਚੌਲ ਉਗਾਉਣੇ ਵੀ ਨੇ ਅਸੀਂ, ਤੇ ਫਿਰ ਚੌਲ ਨਹੀਂ 8% ਖਾਂਦੇ ਆ ਅਸੀਂ ਚੌਲ ਸਿਰਫ, ਫਿਰ ਚੌਲਾਂ ਦੇ ਡੈਰੀਵੇਟਿਵ ਆਉਣਗੇ। The derivative industry in the world today is an $80 billion industry, ਜਿਹਦਾ ਪੰਜਾਬ 0.1% ਵੀ ਨਹੀਂ ਕਮਾਉਂਦਾ। 1 ਬਿਲੀਅਨ ਚ 100 ਕਰੋੜ ਹੁੰਦਾ। ਤੁਸੀਂ ਅੰਦਾਜ਼ਾ ਲਾਓ, $80 ਬਿਲੀਅਨ ਦੀ ਇੰਡਸਟਰੀ ਹੈ ਡੈਰੀਵੇਟਿਵ ਇੰਡਸਟਰੀ। ਮਤਲਬ ਚੌਲਾਂ ਤੋਂ ਤੁਸੀਂ ਰਾਈਸ ਬ੍ਰੈਨ ਬਣਾਓ, ਰਾਈਸ ਪ੍ਰੋਟੀਨ ਬਣਾਓ, ਰਾਈਸ ਫੈਟ ਬਣਾਓ, ਰਾਈਸ ਫॉर ਕਾਸਮੈਟਿਕਸ, ਮੱਕੀ ਤੋਂ ਕੌਰਨਫਲੈਕਸ, ਇਸੇ ਤਰ੍ਹਾਂ ਵੀਟ ਤੋਂ। ਔਰ ਇਹ ਸਾਰੀ ਜਿਹੜੀ ਫੂਡ ਪ੍ਰੋਸੈਸਿੰਗ ਹੈ, ਇਹ ਕੋਈ ਬਿਰਲਾ ਟਾਟਾ ਨਹੀਂ ਕਰੇਗਾ, ਇਹ ਪੰਜਾਬ ਦਾ ਯੂਥ ਕਰੇਗਾ, ਇਹ ਪੰਜਾਬ ਦਾ ਕਿਸਾਨ ਕਰੇਗਾ। ਐਂਡ ਇਟਸ ਅ ਵੈਰੀ ਸਿੰਪਲ ਇੰਡਸਟਰੀ। ਆਹ ਮੌਲਾਂ ਦੇ ਵਿੱਚ ਤੁਹਾਨੂੰ ਕੱਲਾ ਰਿਲਾਇੰਸ ਫਰੈਸ਼ ਨਹੀਂ ਮਿਲੇਗਾ, ਤੁਹਾਨੂੰ ਅਡਾਨੀ ਫਰੈਸ਼ ਨਹੀਂ ਮਿਲੇਗਾ, ਤੁਹਾਨੂੰ ਬਾਬਾ ਨਾਨਕ ਪੰਜਾਬ ਫਾਰਮਰ ਫਰੈਸ਼ ਮਿਲੇਗਾ। ਪੰਜਾਬ ਦੇ ਯੂਥ ਦਾ ਜਿਹੜਾ ਪ੍ਰੋਸੈਸਿੰਗ ਉਹ ਹੈ ਉਹ ਮਿਲੇਗਾ। ਐਂਡ ਇਟ ਇਜ਼ ਦੀ ਈਜ਼ੀਐਸਟ ਥਿੰਗ ਟੂ ਡੂ। ਲੇਕਿਨ ਜਿਹੜੀਆਂ ਸਰਕਾਰਾਂ ਨੇ, ਉਹਨਾਂ ਸਰਕਾਰਾਂ ਨੇ ਸਿਰਫ ਇੱਕੋ ਕੋਸ਼ਿਸ਼ ਕੀਤੀ ਹੈ ਵੀ 2 ਬੰਦਿਆਂ ਦੇ ਹੱਥ ਦੇ ਕੇ 2 ਕਰੋੜ ਮਾਰ ਦਿਓ। More than the derivative industry, the market intervention scheme which the government of India gives, ਜੇ ਤੁਸੀਂ ਮੱਕੀ 1600 ਦੀ ਨਹੀਂ ਕਹੀ ਹੈ ਔਰ ਬਾਜ਼ਾਰ 'ਚ 1100 ਦੀ ਵਿਕੀ ਹੈ, ਤੇ 500 ਰੁਪਈਆ ਜਿਹੜਾ ਗੈਪ ਹੈ, that will be given. It's called the market intervention scheme. It's a demand driven scheme. Nobody will pay the money. Government of India ਉਹ ਪੈਸੇ ਦਿੰਦੀ ਹੈ। So we will make use of all that. And then ਉਸ ਤੋਂ ਬਾਅਦ storage,
पंजाब के फार्मर की सब तो वड्डी प्रॉब्लम ही स्टोरेज है। जो 5 रुपये का टमाटर दे के आता है, पैरिशेबल कमोडिटी है, तो 5 का भी नहीं लेंदे, वो 4 का लेंदे है। उस दिन शाम को रिटेल के उत्ते 25 का विकता है, आड़तीआ 25 का विकता है, तो भाई जे उन्हें 2-3 महीनों बाद लेना उही तो 60-65 का विकता, क्योंकि वो अडानी के कोल्ड स्टोरेज चो आता। देयरफॉर असी वेयर हाउसिंग कॉरपोरेशन जी मेरी घर वाली मिली, उस तो बाद राजकुमार वेरका साहब को सी, तो छड्डती सी, ਉਹਦੇ 'ਚ ਅਸੀਂ ਕਿਸੇ ਨੂੰ ਵੀ ਕਣਕ ਔਰ ਜੀਰੀ ਦੀ ਸਟੋਰੇਜ ਦੇ ਲਈ ਅਲਾਉ ਕਰਾਂਗੇ ਔਰ 80% ਸਟੋਰੇਜ ਦਾ ਇਮੀਡੀਏਟਲੀ ਪੈਸਾ ਦੇ ਦੇਵਾਂਗੇ ਐਜ਼ ਲੋਨ। ਫਿਰ ਉਹ ਵੇਚੇ 3 ਮਹੀਨੇ ਨੂੰ, ਉਹ ਵੇਚੇ 6 ਮਹੀਨੇ ਨੂੰ। ਸਮਝੋ ਇਹ ਬੇਸਿਕ ਕਿਸਾਨੀ ਦਾ ਪ੍ਰੋਗਰਾਮ ਹੈ। ਬਿਲਡਿੰਗ ਕੋਲਡ ਸਟੋਰੇजेस, ਕੋਆਪਰੇਟਿਵਸ इज द फ्यूचर ऑफ आवर किसानी। उस तो बाद आता विमेन एम्पावरमेंट, इन्वेस्टिंग इन द एजुकेशन ऑफ आ फ्यूचर जनरेशन। बहुत फर्क है केजरीवाल ते नवजोत सिद्धू च। केजरीवाल कहना जे 18 तो उत्ते हुई हैं तां ही दूं, नहीं तो वोट कोई मिलनी नहीं। मैं कहना कोई 5वीं पास कर दी है तो 5000, कोई 8वीं पास कर दी है तो 10,000, 10वीं पास कर दी है तो 15,000। आके जी पैसे कितों आएंगे? पैसे मामे हीर दिया, ये जिन्ने माफी वाले ने इन्हां दी जेब चों कढ के आएंगे तो डबल हो जाएंगे। यह नहीं है कि पैसे कितों आएंगे, पैसे जितों आएंगे वो सेंटर दी स्कीमां दे विच जाके डबल हो जाएंगे। ये 5 लाख करोड़ का करजा जे तुसीं 1 लाख करोड़ रुपया साल का कढ़न लग गए तो 30,000 करोड़ वापस जाऊगा। ਜਿਹੜਾ ਅੱਜ 25,000 ਕਰੋੜ ਸਾਲ ਦਾ ਚੜਦਾ ਹੈ, ਇਹ ਟ੍ਰੈਂਡ ਰਿਵਰਸ ਕਰ ਦਿਆਂਗੇ। ਇਹ ਅੱਜ ਤੱਕ ਕੋਈ ਨਹੀਂ ਕਰ ਸਕਿਆ। ਇਹ ਬਾਦਲਾਂ ਵੇਲੇ 15,000 ਸੀ, ਸਾਡੇ ਵੇਲੇ 22,000 ਹੋ ਗਿਆ। ਤੇ ਅੱਗੇ GST ਦੀ ਕੰਪਨਸੇਸ਼ਨ ਬੰਦ ਹੋਊਗੀ, 18,000 ਕਰੋੜ। ਜਿਹੜਾ 10 ਰੁਪਏ ਪੈਟਰੋਲ ਡੀਜ਼ਲ ਘਟਾਇਆ ਇਹਦਾ ਲੱਗੂ 8,000 ਕਰੋੜ। ਬਿਜਲੀ ਸਸਤੀ ਦਿੱਤੀ ਹੈ ਇਹਦਾ ਲੱਗੂ 5,000 ਕਰੋੜ। ਸਾਡੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਕੋਲ ਸਿਰਫ 1.8% रजिस्ट्रियां च मालकीयत है, which is shameful. 1.8% girls have registry rights। भाई मेरी तो जिन्नी प्रॉपर्टी है 80% मेरी घर वाली के नाम से, ताई रोक आउंदी है। सो व्हाट आई एम सेइंग इज कि ये जो विमेन एम्पावरमेंट की असीं गल कर रहे हैं, ਜਿਹੜਾ ਬੰਦਾ ਰਜਿਸਟਰ ਕਰਾਊਗਾ ਕਿਸੇ ਕੁੜੀ ਦੇ ਨਾਮ ਦੇ ਉੱਤੇ, ਆਪਦੀ ਘਰ ਵਾਲੀ ਦੇ ਨਾਮ ਦੇ ਉੱਤੇ, ਮਾਈ ਭੈਣ ਦੇ ਨਾਮ ਦੇ ਉੱਤੇ, देयर विल बी नो रजिस्ट्रेशन फीस। कोई रजिस्टर ਜਿਹੜੀਆਂ ਕਰੋੜਾਂ ਰੁਪਏ फीस लगती है, देयर विल बी नो रजिस्ट्रेशन फीस। उस तो बाद 2 लाख इंटरस्ट तो वी विल क्रिएट स्किल डेवलपमेंट। जिन्नियां भी स्किल इंडस्ट्रीज ने इत्थे पंजाब वो सब धंधा करने वाले हैं। मैं आप गालां खाधियां जो MP सी ते मुंडे लै गए सी मेरी कॉन्स्टिट्यूएंसी से 4,000 की नौकरी दी गई। वो सब धंधा है। वी विल क्रिएट 23 स्टेट ऑफ द आर्ट स्किलिंग सेंटर्स फॉर men and women, and when it comes especially to women, whether it is embroidery, whether it is stitching, whether it is cloud cooking, home delivery systems, ਅਸੀਂ ਜਦੋਂ ਉਹਨਾਂ ਨੂੰ ਕਿਸੇ ਕਲਾ ਦੇ ਮਾਲਕ ਬਣਾ ਦੇਾਂਗੇ, ਜਦੋਂ ਉਹਨਾਂ ਕੋਲ ਇੱਕ ਡਿਗਰੀ ਆ ਜਾਏਗੀ of a skill, and it is skill and not strength which will govern your ship in the near future। ਜਦੋਂ ਉਹਨਾਂ ਕੋਲ ਕੋਈ ਵੀ ਕਲਾ ਆ ਜਾਏਗੀ, ਪੰਜਾਬ ਸਰਕਾਰ 2 ਲੱਖ ਤੋਂ 16 ਲੱਖ ਰੁਪਈਆ ਇੰਟਰਸਟ ਫ੍ਰੀ ਲੋਨਸ ਉਹਨਾਂ ਦੀ ਐਂਟਰਪ੍ਰੀਨਰਸ਼ਿਪ ਨੂੰ ਫੈਸਿਲਿਟੇਟ ਕਰਨ ਦੇ ਲਈ ਦੇਗੀ। On top, we are creating 23 clusters in the near future, जिथे एको तरह के बिजनेस आउणगे। Fixed and regular salaries for ASHA workers, मतलब सब तो वध काम करदियां ने। करीब 8,000 for आंगनवाड़ी, 3,000 for ASHA, and 4,000 for Anganwadi helpers, and 2,500 for midday workers. Fixed price.
ਇਹ ਨਹੀਂ ਹੈ ਵੀ ਇੱਕ ਦਿਨ ਮਿਲੀ ਹੈ ਤੇ ਦੂਏ ਦਿਨ ਨਹੀਂ ਮਿਲੀ, ਸਮਝੇ ਨਹੀਂ। ਹੁਣ ਇਸ ਤੋਂ ਇਲਾਵਾ ਵੂਮਨ ਕਮਾਂਡੋ ਬਟਾਲੀਅਨ, ਹਰ ਪਿੰਡ 'ਚ 2 ਕੁੜੀਆਂ ਨੂੰ ਟ੍ਰੇਨ ਕੀਤਾ ਜਾਊਗਾ, ਫੋਨ ਨੰਬਰ ਦਿੱਤਾ ਜਾਊਗਾ ਤਾਂ ਕਿ ਉਹ ਮਹਿਫੂਜ਼ ਰਹਿ ਸਕਣ। ਲੋਕ ਮਜ਼ਾਕ ਉਡਾਉਂਦੇ ਆ ਵੀ ਸਕੂਟੀਆਂ, ਤੁਸੀਂ ਸਕੂਟੀਆਂ ਕਿਵੇਂ ਦੇਾਂਗੇ? ਮੈਂ ਕਹਿੰਦਾ 5 ਤੋਂ 7,000 ਦੀ ਸਕੂਟੀ ਬਣੂਗੀ ਔਰ ਲੁਧਿਆਣੇ 'ਚ ਬਣੂਗੀ। ਬੈਟਰੀ ਇੰਡਸਟਰੀ ਉੱਥੇ ਹੈ ਔਰ ਬਗੈਰ ਵਾਤਾਵरण ਨੂੰ ਦੂਸ਼ਿਤ ਕਰੇ ਬਣੇਗੀ। ਇਲੈਕਟ੍ਰਿਕ ਵਹੀਕਲਸ ਬਣेंगे। मैं तो एक ट्वीट भी पाया सी, बड़े नौजवानों ने ਉਹਨੂੰ ਐਪਰੀਸ਼ੀਏਟ ਕੀਤਾ। ਜਦੋਂ ਵੀ ਕੋਈ ਕੁੜੀ 12ਵੀਂ ਪਾਸ ਕਰਕੇ ਕਾਲਜ ਵੱਲ ਨੂੰ ਜਾਂਦੀ ਹੈ, ਤੁਸੀਂ ਉਹਨੂੰ ਪੁੱਛ ਕੇ ਦੇਖੋ ਕਿ ਉਹ ਮਹਿਫੂਜ਼ ਹੈ, ਕਿ ਉਹ ਬੱਸ 'ਚ ਮਹਿਫੂਜ਼ ਹੈ, ਕਿ ਉਹ ਜਦੋਂ ਤੁਰ ਕੇ ਪਿੰਡੋਂ ਜਾਂਦੀ ਹੈ ਕਿ ਉਹ ਮਹਿਫੂਜ਼ ਹੈ। ਸੋ ਇਹ ਮਜ਼ਾਕ ਦੀਆਂ ਗੱਲਾਂ ਨਹੀਂ ਹੈ। ਇਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਫੈਸਟ। ਅੱਧੇ ਮਾਂ-ਬਾਪ ਆਪਣੀਆਂ ਕੁੜੀਆਂ ਨੂੰ ਪਿੰਡਾਂ 'ਚ ਇਸ ਕਰਕੇ ਵਿਆਹ ਦਿੰਦੇ ਆ ਵੀ ਕੁੜੀ 16 ਦੀ ਹੋਗੀ ਤੇ ਅਸੀਂ ਉਹਨੂੰ ਪੜ੍ਹਾ ਨਹੀਂ ਸਕਦੇ। Therefore, our agenda is women empowerment, making them part of Punjab's progress and development, not giving freebies like AAP. ਜੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇੱਕ ਕੁੜੀ ਨੂੰ 1000 ਰੁਪਏ ਦਿੱਤੇ ਹੁੰਦੇ ਤੇ ਮੈਂ ਉਹਦਾ ਸਨਮਾਨ ਕਰਦਾ, ਤੇ ਅੱਜ ਕਹਿੰਦਾ 18 ਸਾਲ ਤੋਂ ਉੱਤੇ ਵਾਲੀ ਨੂੰ ਦਊਂਗੇ। ਅਸੀਂ ਉਹਨਾਂ ਨੂੰ ਵਹੀਕਲਸ ਐਂਡ ਇੰਜਨਸ ਆਫ ਆਰ ਇਕਨੋਮੀ ਬਣਾ ਰਹੇ ਹਾਂ। We are not fighting this election for the next election. We are fighting this election for the next generation. It is a generation next election. Make no mistake about it. ਜਿਹੜਾ ਇਹ ਟਾਈਡ ਨੂੰ ਰੋਕ ਦੂਗਾ, ਜਿਹੜਾ ਕਰਜ਼ੇ ਨੂੰ ਫੇਰਾ ਪਾ ਦੂਗਾ ਔਰ ਜਿਹੜਾ ਨੌਜਵਾਨ ਨੂੰ ਇੱਥੇ ਓਪਰਚੁਨਿਟੀ ਦੇ ਦੂਗਾ, ਚਾਹੇ ਉਹ ਸਕਿੱਲ ਹੋਵੇ, ਚਾਹੇ ਉਹ ਨੌਕਰੀ ਹੋਵੇ, ਚਾਹੇ ਉਹ ਜਦੋਂ ਮੈਂ ਕ੍ਰਿਕਟ ਖੇਡਦਾ ਹੁੰਦਾ ਸੀ ਉਹ ਹਾਏ, ਜਦੋਂ ਮੈਂ ਛੱਕਾ ਮਾਰਦਾ ਹੁੰਦਾ ਅੱਜ ਵੀ ਮੈਂ ਦੇਖਦਾ ਕਿ ਉਹ ਮੈਨੂੰ ਦਿਖਦਾ ਛੱਕਾ, ਤੇ ਉਹਦਾ ਆਨੰਦ ਜਿਹੜਾ ਹੈ ਉਹ ਕਿਸੇ ਕਰੋੜ ਰੁਪਏ ਦੇ ਵਿੱਚ ਨਹੀਂ ਆਇਆ, ਕਿਸੇ ਚੀਜ਼ 'ਚ ਨਹੀਂ ਆਇਆ। ਉਹ ਜਿਹੜੀ ਆਵਾਜ਼ ਆਉਂਦੀ ਸੀ ਨਾ ਠੱਕ ਬੱਲੇ ਦੇ ਵਿੱਚ ਵੱਜੀ, ਉਹ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੀ ਹੈ। ਦੈਟਸ ਅ ਹਾਈ that you get on the football field, that you'll get playing like Pargat Singh, ਔਰ ਆਮ ਬੰਦੇ ਕੁਸ਼ਤੀ ਖੇਡਦੇ ਆ। ਅਸੀਂ ਨੌਜਵਾਨਾਂ ਨੂੰ ਭਾਵੇਂ ਸਕੂਲਾਂ ਦੇ ਵਿੱਚ 1 ਏਕੜ ਦੇ ਵਿੱਚ ਸ਼ਾਮਲਾਟ ਦੀ ਜ਼ਮੀਨ ਦੇ ਵਿੱਚ ਬੈਡਮਿੰਟਨ ਦਾ ਨੈਟ ਹੀ ਲਾ ਦਈਏ, ਵਾਲੀਬਾਲ ਦਾ ਨੈਟ ਹੀ ਲਾ ਦਈਏ ਤੇ ਕਬੱਡੀ ਦਾ ਅਖਾੜਾ ਹੀ ਬਣਾ ਦਈਏ ਤੇ ਪੰਜੀ ਨਹੀਂ ਲੱਗਦੀ, ਬਟ ਪੋਲੀਟੀਕਲ ਵਿਲ ਚਾਹੀਦੀ ਹੈ। Therefore, those are additional things. ਅੱਗੇ ਆਓ ਜੀ, employment and labor reforms. ਅਸੀਂ ਕਿਸਾਨੀ ਦੇ ਵਿੱਚ ਵੀ ਜਿਹੜੀ ਲੇਬਰ ਕਿਸਾਨ ਲਾਏਗਾ ਅਸੀਂ ਸਬਸਿਡਾਈਜ਼ ਕਰਾਂਗੇ। ਮਹਾਰਾਜ, ਗਵਰਨਮੈਂਟ ਵਿਲ ਪ੍ਰੋਵਾਈਡ ਲੇਬਰ ਸਬਸਿਡੀ ਟੂ ਫਾਰਮਰਸ ਲੈਸ than 5 acres. It has never happened in the history of Punjab. Urban employment ਦੀ ਗੱਲ ਕਰਦਾ ਮੈਂ। We will guarantee urban employment, ਕਿਉਂਕਿ ਦੁੱਗਣੀ ਅਨਇੰਪਲੋਇਮੈਂਟ ਹੈ ਅਰਬਨ ਏਰੀਆਜ਼ 'ਚ ਪੰਜਾਬ ਦੇ ਪਿੰਡਾਂ ਤੋਂ। ਸੋ ਅਰਬਨ ਇੰਪਲੋਇਮੈਂਟ ਗਾਰੰਟੀ ਮਿਸ਼ਨ, ਜਿੱਥੇ ਅਸੀਂ 5 ਲੱਖ ਲੋਕਾਂ ਨੂੰ ਹਰ ਸਾਲ ਲੱਖ ਬੰਦੇ ਨੂੰ ਅਸੀਂ ਨੌਕਰੀ ਦਿਆਂਗੇ। ਈਵਨ ਦੀ ਇਨਕਮ ਜਨਰੇਸ਼ਨ, ਚਾਹੇ ਉਹ ਸ਼ਰਾਬ ਦੀ ਕਾਰਪੋਰੇਸ਼ਨ ਹੈ, ਟੈਸਮੈਕ ਗਿਵਸ 50,000 ਜੌਬਸ, ਚਾਹੇ ਉਹ ਸੈਂਡ ਮਾਈਨਿੰਗ ਹੈ, ਉੱਥੇ ਘੱਟ ਤੋਂ ਘੱਟ 60,000 ਜੌਬ ਹੈ। ਸੋ ਵੀ ਵਿਲ ਪ੍ਰੋਵਾਈਡ ਜੌਬਸ ਟੂ ਸੈਮੀ ਸਕਿਲਡ, skilled and unskilled labor. ਬਾਜਵਾ ਸਾਹਿਬ ਨੂੰ ਮੈਂ ਕਹਿ ਰਿਹਾ ਕਿ ਜੇ ਤੇਲ ਦੇ ਰੇਟ ਡਬਲ ਹੋ ਗਏ, ਜੇ ਸਿਲੰਡਰਾਂ ਦੇ ਰੇਟ ਡਬਲ ਹੋ ਗਏ, ਜੇ ਪੈਟਰੋਲ ਡੀਜ਼ਲ ਦੇ ਰੇਟ ਡਬਲ ਹੋ ਗਏ, ਕੀ ਮਜ਼ਦੂਰ ਦੀ ਦਿਹਾੜੀ 250 ਤੋਂ 500 ਹੋਈ ਹੈ? ਇਹ ਰੇਟ ਡਬਲ ਹੋਣ ਨਾਲ ਉਹਦੀ ਦਿਹਾੜੀ 250 ਤੋਂ ਉਹਦੀ ਵੈਲਿਊ 100 ਰੁਪਏ ਰਹਿ ਜਾਂਦੀ, ਜਸਟ 100 rupees. Therefore, we'll link it with inflation. ਐਂਡ ਅਕੋਰਡਿੰਗਲੀ ਮਜ਼ਦੂਰ ਦੀ ਦਿਹਾੜੀ ਜਿਹੜੀ ਹੈ ਅਸੀਂ ਉਨੀ ਵਧਾਵਾਂਗੇ। ਮਨਰੇਗਾ 263 ਪੰਜਾਬ ਸਰਕਾਰ ਦਿੰਦੀ ਹੈ, ਅਸੀਂ 320 ਕਰਾਂਗੇ। ਮਨਰੇਗਾ ਇਜ਼ ਰੂਰਲ, ਤੇ ਕੋਈ ਬੰਦਾ ਅਗਰ ਖੇਤ 'ਚ ਵੜ ਗਿਆ ਅਸੀਂ 350 ਕਰਾਂਗੇ, ਸੌਰੀ, ਤੇ ਕੋਈ ਬੰਦਾ ਖੇਤ 'ਚ ਵੜ ਗਿਆ, ਚਾਹੇ ਬਜ਼ੁਰਗ ਹੋਵੇ, ਚਾਹੇ ਲੇਬਰ ਹੋਵੇ, ਚਾਹੇ ਕੋਈ ਔਰਤ ਹੋਵੇ ਘਰ ਦੀ, she will get 350 rupees because it's a demand driven program and Punjab has not availed it. ਤੁਸੀਂ 10,000 ਕਰੋੜ ਲੈ ਲਓ, 20,000 ਕਰੋੜ ਲੈ ਲਓ, 30,000 ਕਰੋੜ,
ਕੰਪਲਸਰੀ ਰਜਿਸਟ੍ਰੇਸ਼ਨ ਫॉर ऑल ਲੇਬਰ। ਹੁਣ ਇੱਥੇ ਕੰਸਟਰਕਸ਼ਨ ਲੇਬਰਾਂ ਨੂੰ ਕਹਿੰਦੀ 30,000 ਦੇਾਂਗੇ, ਜਦੋਂ ਰਜਿਸਟਰਡ ਹੀ ਹੈ ਨਹੀਂ, ਪੈਸੇ ਕਿੱਦਾਂ ਪਹੁੰਚਣਗੇ ਭਾਈ? 1% ਕੋਲ ਰਜਿਸਟ੍ਰੇਸ਼ਨ ਕਾਰਡ ਨਹੀਂ। ਮੈਂ ਇੱਕ ਦਿਨ ਲੇਬਰ ਚੌਂਕ 2-3 ਤੇ ਜਾ ਕੇ ਆਇਆ, ਮੈਂ ਬੈਠ ਗਿਆ ਉੱਥੇ, ਮੈਂ ਦੱਸ ਵੀ ਕਿਹਦੇ ਕੋਲ ਕਾਰਡ ਹੈ? not even 1% have cards। ਸੋ ਸਰਕਾਰ ਬੜੇ ਸੌਖੇ ਤਰੀਕੇ ਨਾਲ ਇਸ ਤਾਂ ਭੇਜਣਾ ਸੀ, ਉਹਨਾਂ ਕੋਲ ਹੈ ਨਹੀਂ। ਇਹ ਬਹਾਨਿਆਂ ਤੋਂ ਉੱਤੇ ਉੱਠੇਗੀ ਸਰਕਾਰ। ਹਰੇਕ ਲੇਬਰਰ 56 ਲੱਖ, ਹਰੇਕ ਪੱਲੇਦਾਰ ਮਲੋੜ ਦੇ ਵਿੱਚ 125 ਲੈਂਦਾ, ਤੇ ਤੁਸੀਂ ਮਲੋੜ ਤੋਂ ਥੱਲੇ ਉਤਰੋ ਤੇ ਸੰਗਰੂਰ ਆ ਕੇ ਉਹੀ ਬੰਦਾ 325 ਲੈਂਦਾ ਉਸੇ ਕੰਮ ਦੇ। ਦਿਸ ਵਿਲ ਨਾਟ ਹੈਪਨ। ਅੱਗੇ ਆ ਜਾਓ ਜੀ, ਹੈਲਥ ਕੇਅਰ। These are new things। 5 ਲੱਖ ਦਾ ਬੀਮਾ ਸਭ ਦਾ। ਜੇ ਪੰਜਾਬ ਸਰਕਾਰ ਸਰਬੱਤ ਦਾ ਭਲਾ ਮੰਗਦੀ ਹੈ ਤੇ 5 ਲੱਖ ਇੰਸ਼ੋਰੈਂਸ ਫॉर all ਪੰਜਾਬੀਜ਼ ਇਨ all hospitals। ਸਾਰਿਆਂ ਦੇ ਲਈ, ਸਾਰੇ ਹਸਪਤਾਲਾਂ ਦੇ ਵਿੱਚ ਇਹ ਹੋਏਗਾ। ਫ੍ਰੀ ਟ੍ਰੀਟਮੈਂਟ ਆਫ 20 lakhs। free treatment surgeries up to 20 lakhs in government hospitals। Sarkari hastapatalan ch there is a mechanism that we have, we'll unleash that mechanism। It's a sure shot, foolproof mechanism। X-rays, MRIs, CT scans centers in all government hospitals, and I categorically state X-rays, MRIs, these are basic amenities। CT scans ਇਹ ਸਾਰੇ ਗਵਰਨਮੈਂਟ ਹਸਪੀਟਲਸ ਹੋਣਗੇ। ਮੋਬਾਈਲ ਵੈਨਸ, ATM clinics, kiosks and teleconsultation in every village। ਤੁਸੀਂ ਜਾ ਕੇ ਸਿਆਣੇ ਡਾਕਟਰ ਦੇ ਨਾਲ ਟੈਲੀਕਨਸਲਟੇਸ਼ਨ ਕਰ ਸਕੋਗੇ। ਹਰ ਪਿੰਡ ਦੇ ਵਿੱਚ ਇਹ ਫੈਸਿਲਿਟੀ ਹੋਏਗੀ। ਮੋਬਾਈਲ ਵੈਨ ਹਰ ਜਗ੍ਹਾ ਤੇ ਹੋਏਗੀ। ਸਰਕਾਰ ਦੇ ਪੈਸੇ ਲੱਗਣੇ ਹੀ ਇੱਧਰ ਨੂੰ ਹੈ। Then we come to nutrition PDS। PDS ਦੇ ਦਿੰਦੇ ਆ ਸੜੀ ਪੁਰਾਣੀ ਕਣਕ, ਕੀੜੇ ਲੱਗੇ, ਉਹੀ ਚਕਾਈ ਤੁਰੀ ਜਾਂਦੇ ਆ। ਸਰਕਾਰ 5 ਅਨਾਜ ਵਾਲਾ ਆਟਾ ਦੇਗੀ, ਔਰ ਉਹਦੇ ਨਾਲ ਇੱਕ ਦਾਲ ਫॉर ਪ੍ਰੋਟੀਨ ਵੀ ਵਿਲ ਗਿਵ। 5 ਅਨਾਜ ਵਾਲਾ ਆਟਾ, ਵੈਰੀਫਾਈਡ, ਕੰਟਰੋਲਡ, ਰੈਗੂਲੇਟਡ। ਉਹਦੇ ਨਾਲ ਇੱਕ ਬੋਤਲ, ਉਹਦਾ ਸਾਈਜ਼ ਹਲੇ ਵੈਰੀਫਾਈ ਨਹੀਂ ਕੀਤਾ, ਸਰੋਂ ਦੇ ਤੇਲ ਦੀ, ਕੁਕਿੰਗ ਆਇਲ। ਜਿੰਨੇ PDS ਦੇ ਬੰਦੇ ਨੇ ਉਹਨਾਂ ਨੂੰ ਨਾਲ ਦਾਲ ਦੇਗੀ, ਤੇ ਐਡੀਸ਼ਨਲੀ ਮਿਡ ਡੇ ਮੀਲਸ ਵਿਲ ਇਨਕਲੂਡ ਫਰੂਟਸ, ਐਗਸ ਐਂਡ ਮਿਲਕ। ਇਹ ਗਾਰੰਟੀ ਹੈ ਸਰਕਾਰ। ਜਿਹੜਾ ਮਿਡ ਡੇ ਮੀਲ ਹੋਏਗਾ ਉਹਦੇ ਚ ਦੁੱਧ, ਐਡੀਸ਼ਨਲ eggs, क्योंकि malnutrition is a great hazard, और वो prevent कर दे ते नौजवान बहुत तगड़े हो सकते। Now the more autonomy in villages, residents in functioning of government dispensaries through health management committee, panchayat and medical students for every village to be a de facto member of the committee। ਪਿੰਡਾਂ ਦੀਆਂ ਕਮੇਟੀਆਂ ਹੋਣਗੀਆਂ ਸਾਹਿਬ, ਜਿਹੜੀਆਂ ਮੈਨੇਜਮੈਂਟ ਕਰਨਗੀਆਂ। Now when I go to the additional points also, medical tourism is going to be a very, very big part of our manifesto। ਜਿਹੜੀ ਸਰਜਰੀ 5 ਲੱਖ ਦੀ ਅਮਰੀਕਾ 'ਚ ਹੁੰਦੀ ਹੈ, ਇੱਥੇ ਲੱਖ ਦੀ ਵੀ ਨਹੀਂ ਹੁੰਦੀ। ਜਿਹੜੇ ਗੋਡੇ, ਹਿਪ ਰਿਪਲੇਸਮੈਂਟਾਂ ਬਹੁਤ ਜ਼ਿਆਦਾ ਪੈਸਿਆਂ 'ਚ ਹੁੰਦੀਆਂ ਨੇ, ਇੱਥੇ ਬਹੁਤ ਘੱਟ ਪੈਸਿਆਂ ਦੇ ਵਿੱਚ ਹੁੰਦੀਆਂ ਨੇ। ਈਵਨ ਆਯੁਰਵੈਦਿਕ ਟ੍ਰੀਟਮੈਂਟ in these dispensaries is an option that we are weighing very, very strongly। Health management committees will oversee government expenditure in every village on health। That's a word of honor। मैं promise ਕੀਤੇ ਨਹੀਂ ਕਦੇ, ਨਾ ਹੀ ਮੈਂ ਗੁਟਕੇ ਚੱਕੇ ਹੈ, ਨਾ ਹੀ ਮੈਂ ਸੌਹਾਂ ਖਾਧੀ। ਜ਼ੁਬਾਨ ਦੇ ਪੱਕੇ ਆ, ਜੋ ਜ਼ੁਬਾਨ ਦਿੱਤੀ ਹੈ ਉੱਥੇ ਖੜੇ ਆ। Therefore, the next thing is education।
ਅਸੀਂ ਖੋਲ ਰਹੇ ਹਾਂ, ਅੱਜ ਜਲੰਧਰ ਦੇ ਵਿੱਚ ਖੋਲ ਰਹੇ ਹਾਂ, ਫਿਰ ਭਾਜੀ ਦੀ ਦੇਖਾਂਗੇ ਗੋ ਹੈਡ ਕੀ ਹੈ ਕੀ ਨਹੀਂ, ਵੱਡਾ ਭਾਈ ਹੈ, ਜਿੱਦਾਂ ਕਹੂਗਾ ਉਸ ਤਰੀਕੇ ਦੇ ਨਾਲ ਇਹਨੂੰ ਇੰਪਰੂਵ ਕਰਾਂਗੇ। Full scholarship up to 10 lakhs to all students to pursue degree in science, technology, engineering, mathematics and medicals. Allocation of 6% state budget for education. 6% budget ਅੱਜ ਤੇ ਸਰਕਾਰ ਜਿਹੜੀ ਹੈ ਉਹ ਹੁਣ ਕਿਹੜੇ ਬਜਟ ਤੇ ਚੱਲਦੀ ਹੈ, ਮੈਂ ਹੁਣ ਕਿਉਂ ਦੱਸਾਂ, ਆਪਾਂ ਕਿਉਂ ਨਾ फालतू गल्लां च पैना, जो चला गया उसे भूल जा। बट जिहड़ा एलोकेशन है वो 6% होएगा साहब एजुकेशन दे विच, ये वध सकदा है पर ये घट नहीं सकदा, क्योंकि नहीं तो सूबा रहन जोगा नहीं रहा। All primary school teachers will be regularized and paid full pay scale. जिन्ने भी, I categorically state this, all primary school teachers will be regularized and paid full pay scale. That's a word of honor. We have the money. Doing away with political influence and corruption, Congress will continue its landmark merit-based teacher transfer policy along with the new recruitment to be based upon block and school cadre system. ਇਹਦਾ ਮਤਲਬ ਇਹ ਹੈ ਕਿ ਜਿਹਦਾ ਬਲਾਕ ਜਿੱਥੇ ਹੈ, ਜਿਹਦਾ ਕਾਡਰ ਜਿੱਥੇ ਹੈ, ਜਿਹੜਾ ਜਿੱਥੇ ਪੈਦਾ ਹੋਇਆ, ਪਹਿਲੇ 7 ਸਾਲ ਉਹਦੀ ਬਦਲੀ ਨਹੀਂ ਹੋਏਗੀ। ਇਹ ਨਹੀਂ ਹੈ ਵੀ ਬਦਲਤਾ ਫਿਰ ਲੱਖ ਲੈ ਕੇ ਵਾਪਸ ਲਿਆਂਦਾ, ਫਿਰ ਨਵਾਂ ਬਦਲਤਾ ਫਿਰ ਲੱਖ ਲੈ ਕੇ ਫੇਰ ਲਿਆਂਦਾ, ਇਹ ਹੋਣਾ ਨਹੀਂ। ਇਟਸ ਅ ਫੁੱਲ ਪ੍ਰੂਫ ਟ੍ਰਾਂਸਫਰ ਸਿਸਟਮ, ਜਿਹੜਾ ਜਿੱਥੇ ਜਿਹੜੇ ਡਿਸਟ੍ਰਿਕਟ ਦਾ ਬੰਦਾ ਉੱਥੇ ਹੀ ਰਹੂਗਾ 7 ਸਾਲ, और जिन्हों जिन्ना इंसेंटिव होएगा उन्ना क दूर भेजांगे, जिन्ना घट होएगा जो दी मर्जी होएगी उदा ही होएगा। एटलीस्ट वो दिल दे नाल पढ़ावे ते सही। No fees for government recruitment examination and 1 year mission to complete appointment process of all government vacancies. 1 लाख वैकेंसी है भरांगे और ठोक के पढ़ा, माफिया की जेब चो कट के भरांगे, चोर ही मार के करांगे, चोर दी मां नूं मारांगे। और ये जिहड़ी 1 लाख वैकेंसी है जी, अज जिन्ने भी प्रोटेस्ट करने वाले, मैं बिच खड़दा हुंदा सी उन्हां दे, तुसीं देखिया होना, मैं नहीं भज्जिया, ते मैं उन्होंने कहंदा यार ये 1000 करोड़ रुपया होवे सरकार कोल ते कोई टीचर सड़कां ते ना होवे, ते जे 3000 होवे ते मित्र प्यारिओ कोई बंदा धरने ते ना होवे। ये फैक्ट है, कोई मन्ने या ना मन्ने। Industry and trade, ending red tapeism and अफसरशाही। अफसरशाही तो चीफ मिनिस्टर चलाउंदा ना तुणके मार के, क्योंकि वही प्लम पोस्टिंग दिंदा ते वही खुडे लाइन लाउंदा, इस करके कमाऊ पुत्तां लई अफसर तगड़ा है, ते जिहड़ा सिद्धू वर्गा नूं घरे पाउंदे आ, यही अफसरशाही है, होर ते कुछ है नहीं अफसरशाही दे विच, खास गल नहीं है। वो सिर्फ चीफ मिनिस्टर तुणका मार के चलाउंदा उन्हां। ईज ऑफ डूइंग बिजनेस, दिस इज द मोस्ट इंपॉर्टेंट फैक्टर। हुण इहदे च सब तो इंपॉर्टेंट चीज है कि कोई भी टैक्स असेसमेंट है, अप्रूवल है, इंक्वायरी है, क्लियरेंस है, अमेंडमेंट ऑफ राइट टू सर्विस है, असेसमेंट है, कुछ भी है, इंक्लूडिंग इंडस्ट्रियल अप्रूवल, क्लियरेंस, ऑनलाइन पोर्टल, सिंगल विंडो सिस्टम नाल होएगा। यह नहीं हो सकता भी वो सिंगल विंडो के पिछे 25 विंडोआं खुल रही ने, बंदे नूं किसे नूं उहदे साफा गल च पाया ते उहदी हरासमेंट हो रही है, तो 6-6 महीने उहनूं क्लीयरेंस नहीं मिल रही। इट विल बी अ सिंगल विंडो सिस्टम दैट वी विल इंश्योर कि भाई सरकार अगे बढ़े। इहदे नाल नाल सपोर्ट टू इंडस्ट्री and MSMEs. Government will pay 50% labor salaries for all labor working for MSMEs. ਉਹਦੇ ਅੱਗੇ ओपन सोर्स इलैक्ट्रिसिटी, ये सब तो बड़ी चीज है जिहड़ी ਅਸੀਂ ऑफर कर रहे हैं, पंजाब के इतिहास च किसी ने नहीं किया। ओपन सोर्स इलैक्ट्रिसिटी का मतलब है
ਜਿਹੜੀ ਵੱਡੀ ਇੰਡਸਟਰੀ ਹੈ ਉਹ ਪੰਜਾਬ 'ਚ ਨਹੀਂ ਹਿੰਦੁਸਤਾਨ 'ਚੋਂ ਕਿਤੋਂ ਸਸਤੀ ਬਿਜਲੀ ਲਿਆਵੇ, ਅਸੀਂ ਟਰਾਂਸਮਿਟ ਕਰਕੇ ਉਸ ਵੱਡੀ ਇੰਡਸਟਰੀ ਨੂੰ ਦੇ ਦਿਆਂਗੇ ਵਿਦਆਊਟ ਐਨੀ ਐਕਸਟਰਾ ਚਾਰजेस। ਸਿਰਫ ਟਰਾਂਸਮਿਸ਼ਨ ਦੇ ਚਾਰजेस ਲਏਗੀ PSPCL। ਜਿੱਥੋਂ ਮਰਜ਼ੀ ਸਸਤੀ ਬਿਜਲੀ ਲੈ ਲੇ ਇੰਡਸਟਰੀ ਵਾਲਾ, open source electricity, we will provide him with the electricity from anywhere in India। ਆ ਸਾਡਾ ਕੇਜਰੀ ਭਾਈ ਪੂਰੇ ਲੋਲੀਪੌਪ ਵੰਡਦਾ, ਇਹਨੂੰ ਪੰਜਾਬ ਮਾਡਲ ਨੇ ਇੰਨਾ ਕੁ ਠੋਕਿਆ ਕਿ ਇਹਦਾ ਦਿੱਲੀ ਮਾਡਲ ਪੰਜਾਬ ਮਾਡਲ ਹੋ ਗਿਆ। ਹੁਣ ਕਿਲਾ ਇੰਨੀ ਛੇਤੀ ਰੰਗ ਨਹੀਂ ਬਦਲਦਾ ਜਿੰਨਾ ਇਹ ਭਰਾ ਮੇਰਾ ਬਦਲਦਾ ਹੈ। ਇਹ ਕਹਿੰਦਾ ਜੀ ਅਸੀਂ 2 ਜਾਂ 1.5 ਸਬਸਿਡੀ ਦਿੰਦੇ, ਅਸੀਂ 14,000 ਦਿੰਦੇ ਹਾਂ। ਇਹ ਇੰਡਸਟਰੀ ਨੂੰ 13 ਰੁਪਏ ਦਿੰਦਾ ਬਿਜਲੀ, ਅਸੀਂ 9 ਰੁਪਏ ਦਿੰਦੇ। ਜਿੰਨੀ ਬਿਜਲੀ ਇਹ ਫ੍ਰੀ ਦਿੰਦਾ ਅਸੀਂ ਇਹਦੇ ਨਾਲ ਵੱਧ ਦਿੰਦੇ ਹਾਂ। Reinventing the Silk Route and promoting exports to 34 Central Asian countries। And मैं categorically कह रहा साहब, ये बड़े ध्यान नाल सुनने वाली गल है। ਜਦੋਂ मैं अमृतसर ਦੇ ਨਾਲ लगदे सिल्कन रूट की गल करदा ਤੇ ਤੁਹਾਨੂੰ बड़े ध्यान नाल सुनना चाहिए। सेंटर की सरकार ने 1992 ਦੇ ਵਿੱਚ 5 ਰੁਪਏ ਡੀਜ਼ਲ ਦਾ ਰੇਟ ਰੱਖਿਆ ਸੀ। 2022 ਚ 100 ਹੋ ਗਿਆ, मतलब 25 ਗੁਣਾ। ਤੇ ਕਣਕ ਦਾ ਰੇਟ 330 ਸੀ 92 ਚ, 1700 ਹੋਇਆ, 5 ਗੁਣਾ ਵਧੀ MSP। ਤੇ ਮੈਂ ਆ 34 ਕੰਟਰੀਜ਼ ਵਾਲਾ ਜਿਹੜਾ ਸਿਲਕਨ ਰੂਟ ਦੀ ਗੱਲ ਕਰਦਾ ਜਨਾਬ, 1700 ਦੀ ਕਣਕ ਰੱਖੋ, 1700 ਦੀ ਕਣਕ ਰੱਖੋ ਤੇ 3000 ਦੀ ਵਿਕੇਗੀ। ਚਲੋ ਮੇਰੀ ਆਵਾਜ਼ ਆਏਗੀ। 1700 ਦੀ ਕਣਕ ਰੱਖੋ ਤੇ 3000 ਦੀ ਜਾਏਗੀ 34 ਦੇਸ਼ਾਂ ਨੂੰ, ਤੇ 3000 ਦੀ ਬਾਸਮਤੀ ਰੱਖੋ 7000 ਦੀ ਜਾਏਗੀ, ਤੇ 20 ਰੁਪਏ ਦਾ ਅਦਰਕ ਰੱਖੋ 150 ਦਾ ਜਾਏਗਾ, ਤੇ 5 ਰੁਪਏ ਦਾ ਮਟਰ ਰੱਖੋ 50 ਦਾ ਜਾਏਗਾ। ਟੁੱਟੇਗਾ ਹੀ ਨਹੀਂ। ਦੱਸੋ ਇਦੋਂ ਵਧੀਆ ਕਿਹੜੀ ਮਾਰਕੀਟ ਹੈ ਬਈ? ਫਿਰ ਅਡਾਨੀ ਦੇ ਪੋਰਟ ਤੇ 2100 ਕਿਲੋਮੀਟਰ ਦੂਰ ਦੁਬਈ ਤੋਂ ਕਿਉਂ ਜਾਵੇ ਜੀ? ਅਡਾਨੀ ਦੇ ਪੋਰਟ ਦੇ ਉੱਤੇ 20 ਕਿਲੋਮੀਟਰ ਕਿਉਂ ਨਾ ਜਾਵੇ? ਜੇ ਕਰਾਚੀ ਬੰਬੇ ਖੁੱਲਾ ਹੈ ਤੇ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਹੀਂ ਖੁੱਲਾ 20 ਕਿਲੋਮੀਟਰ? ਦੇਖੋ ਵੀ ਆਰ ਅ ਲੈਂਡਲੌਕਡ ਸਟੇਟ। ਸਾਡੀ ਕਿਸਮਤ ਦੇ ਉੱਤੇ ਤਾਲੇ ਲਾ ਦਿੱਤੇ। 15 specialized industrial clusters in Punjab। Please understand what I'm saying। ਕਿਤੇ ਵੀ ਸੇਮ ਕ੍ਰੌਪ ਪੈਟਰਨ ਹੋਵੇ, ਸੇਮ ਬਿਜ਼ਨਸ ਹੋਵੇ। ਜਿਵੇਂ ਰਾਜਸਥਾਨ ਦੇ ਕੋਲ ਕਪਾਹ ਹੁੰਦੀ ਹੈ, ਜਿਵੇਂ IT ਇੰਡਸਟਰੀ ਜ਼ਿਆਦਾਤਰ ਮੋਹਾਲੀ ਦੇ ਵਿੱਚ ਹੈ, ਜਿਵੇਂ ਟੂਰਿਜ਼ਮ ਅੰਮ੍ਰਿਤਸਰ 'ਚ ਹੈ। ਅਸੀਂ ਕਲਸਟਰ ਖੋਲਾਂਗੇ, ਕਲਸਟਰ ਫਾਰਮ ਡਿਵੈਲਪਮੈਂਟ ਹੋਏਗੀ, ਤੇ 13 ਐਗਰੋ ਪ੍ਰੋਸੈਸਿੰਗ ਕਲਸਟਰਸ ਐਂਡ ਫਿਕਸਡ food parks for empowering farmers to directly become traders। ਚਾਹੇ ਉਹ ਡੈਰੀਵੇਟਿਵ ਇੰਡਸਟਰੀ ਹੋਵੇ ਜਿਹੜੀ ਮੈਂ ਤੁਹਾਨੂੰ ਰਾਈਸ ਬ੍ਰਾਂਡ, ਫੂਡ ਬ੍ਰਾਂਡ ਕਿਹਾ, ਚਾਹੇ ਮੈਂ ਕਿਹਾ ਪ੍ਰੋਸੈਸਿੰਗ। ਇਹ ਪ੍ਰੋਸੈਸਿੰਗ ਹੁਣ ਬਿਰਲੇ ਟਾਟੇ ਨਹੀਂ ਕਰਨਗੇ, ਪੰਜਾਬ ਦਾ ਯੂਥ ਕਰੇਗਾ। ਨੌਕਰੀ ਮੰਗੇਗਾ ਨਹੀਂ, ਨੌਕਰੀ ਦੇਗਾ। ਔਰ ਇਹਦੇ 'ਚ ਕੋਈ ਐਸੀ ਰੌਕਟ ਸਾਇੰਸ ਨਹੀਂ ਹੈ, ਸਿਰਫ ਸਰਕਾਰ ਦੀ ਪੋਲੀਟੀਕਲ ਵਿਲ ਦੀ ਲੋੜ ਹੈ। ਯੂਥ ਦੇ ਲਈ ਸਪੈਸ਼ਲ ਪ੍ਰੋਗਰਾਮ ਹੈ, ਮੈਂ ਹੁਣੇ ਡਿਕਲੇਅਰ ਕੀਤਾ। ਸਭ ਤੋਂ ਵੱਡੀ ਚੀਜ਼ creation of 1000 crore venture capital fund by the government in partnership with corporates and venture capitalists to give seed support programming। ਇਹ seed support programming ਕੀ ਹੈ? ਇਹ 16 ਲੱਖ 6% ਇੰਟਰਸਟ ਦੇ ਉੱਤੇ for startups। Mohali will be the startup and IT industry and education hub। It will be the Silicon Valley of Punjab। ਇਹ ਪੱਕਾ ਹੈ। Collateral and interest-free loans of up to 2 lakh for home-based entrepreneurship for anyone। ਚਾਹੇ ਉਹ ਘਰੇ ਬੈਠ ਕੇ ਕਿਸੇ ਤਰੀਕੇ ਦਾ ਬਿਜ਼ਨਸ, ਮੈਂ ਅੱਗੇ ਬੋਲ ਚੁੱਕਿਆ ਹੈ 25 ਤੋਂ 30 ਬਿਜ਼ਨੈਸਸ ਇਹੋ ਜਿਹੇ ਨੇ, ਕਲਾਊਡ ਕਿਚਨ ਤੋਂ ਲੈ ਕੇ ਇਹੋ ਜਿਹੇ ਕਿੰਨੇ ਹੀ ਬਿਜ਼ਨਸ ਨੇ। 23 world class skilling centers to be opened in partnership with the industry in Punjab। ਅਸੀਂ ਇੰਡਸਟਰੀ ਨੂੰ ਪਾਰਟਨਰ ਬਣਾਵਾਂਗੇ।
ਔਰ ਨੌਜਵਾਨਾਂ ਦੇ ਨਾਲ ਜਿੰਨੇ ਵੀ ਪਾਰਟਨਰਸ਼ਿਪ ਹੋਣਗੇ ਪੰਜਾਬ ਸਰਕਾਰ ਪਾਰਟਨਰ ਹੋਏਗੀ ਉਹਨਾਂ ਦੇ। ਦਰਫੋਰ ਇਹਨਾਂ ਦਾ ਜਿਹੜਾ ਐਡੀਸ਼ਨਲ ਉਹ ਹੈ, ਮੈਂ ਤੁਹਾਨੂੰ ਇਹ ਦੱਸ ਦਿਆਂ, ਇਹ ਜਿਹੜਾ ਸਵੈ ਰੋਜ਼ਗਾਰ ਪ੍ਰੋਗਰਾਮ ਹੈ ਉਹਦੇ ਵਿੱਚ ਹਨੀ, ਜੈਗਰੀ, ਬਿਸਕਿਟਸ, ਮੈਨੂਫੈਕਚਰਿੰਗ ਆਫ ਸ਼ੂਜ਼ ਮੇਕਿੰਗ, ਸਪੋਰਟਸ ਗੁੱਡਸ, ਹੈਂਡਲੂਮਸ, ਟੂਲਸ, ਸਪੇਅਰ ਪਾਰਟਸ, ਆਈਟੀਜ਼, BPOs, ਵੈਬਸਾਈਟ ਡਿਜ਼ਾਈਨਿੰਗ, ਇਹ ਸਭ ਕੁਝ ਹੋਏਗਾ। ਜਲੰਧਰ ਲਈ ਮੈਂ ਤੁਹਾਨੂੰ ਦੱਸਣਾ ਚਾਹਨਾ, ਜਲੰਧਰ 400 ਹਸਪਤਾਲ ਨੇ, ਮੈਡੀਕਲ ਟੂਰਿਜ਼ਮ ਦਾ ਹੱਬ ਹੋਏਗਾ, ਸਪੋਰਟਸ ਗੁੱਡਸ ਦਾ ਹੱਬ ਹੋਏਗਾ ਜਲੰਧਰ, ਤੇ ਫਾਊਂਡਰੀਜ਼ ਔਰ ਦਵਾਈਆਂ ਜਿਹੜੀਆਂ ਬਣਦੀਆਂ ਨੇ ਉਹਨਾਂ ਦਾ ਹੱਬ ਵੀ ਜਿਹੜਾ ਹੈਗਾ ਅਸੀਂ ਜਲੰਧਰ ਨੂੰ ਬਣਾਉਣ ਜਾ ਰਹੇ ਹਾਂ। ਇਸੇ ਤਰ੍ਹਾਂ ਅੱਡ-ਅੱਡ ਸ਼ਹਿਰਾਂ ਦੇ ਅੱਡ-ਅੱਡ ਕਲਸਟਰਸ ਸਰਦਾਰ ਮਨਮੋਹਨ ਸਿੰਘ ਦੀ ਸੋਚ ਦੇ ਨਾਲ ਅਸੀਂ ਬਣਾਵਾਂਗੇ। ਲੈਟ ਮੀ ਲੁੱਕ ਐਟ ਜਲੰਧਰ ਸਰਜੀਕਲ ਕਲਸਟਰ, ਇਟ ਵਿਲ ਬੀ ਦ ਸਰਜੀਕਲ ਕਲਸਟਰ, ਐਂਡ Kapurthala Foundry and General Engineering Cluster, Patiala Cutting Tool Cluster, Fatehgarh Sahib Steel Re-Rolling Mill Cluster, Amritsar Medical and Tourism Hub, Knitting Cluster। ਇਸੇ ਤਰ੍ਹਾਂ ਅੱਡ-ਅੱਡ ਸ਼ਹਿਰਾਂ ਦੇ ਵਿੱਚ ਬੜੀ ਰਿਸਰਚ ਦੇ ਨਾਲ ਅਸੀਂ ਕਲਸਟਰਾਂ ਤੇ ਪਹੁੰਚੇ ਹਾਂ। ਹੁਣ ਮੈਂ मेरा फेवरेट टॉपिक हजूरे वाला अभी दिखाते हैं आपको। हम कोई ऐसा हमारा लुधियाना है, कोई पराया है क्या जो उसको मैंने ट्वीट डाला था, वो किसको डाला था जरा बताएं? एलॉन मस्क को डाला था, जो इलेक्ट्रिक व्हीकल्स, वो कहाँ है यार, माला तो मेमोरी को थोड़ा सा जरा कुरे दो है। और ये मैं आपको बता देता हूं, लुधियाना विल बी इलेक्ट्रिक व्हीकल्स, ऑयल एक्सपेलर्स एंड पार्ट क्लस्टर, गारमेंट्स क्लस्टर, ऑटो टेक क्लस्टर, फाउंड्री क्लस्टर, स्यूइंग मशीन्स क्लस्टर, कुछ नहीं छोड़ा दोस्त, रिसर्च करके किया। अब मैं अपने फेवरेट टॉपिक पे आता हूं, स्पोर्ट्स। महाराज हर पिंड दे विच जड़ी शामलाट दी जमीन पॉलिटिशियन दबण नूं फिरदा है, नहीं दबण देंगे, ते मिनिमम 500 तो 1000 गज जमीन दे विच एक बास्केटबॉल का नैट, एक बैडमिंटन का नैट, ते एक कुश्ती कबड्डी वाला अखाड़ा जिथे हैट कौडी ये मैंडेटरी है भाई। जे असी ये खेडण दे मैदान दिते होंदे छोटे मोटे भी, ते कोई नौजवान नशे वाल ना वादा। वी हैव नॉट गिवन टैलेंट अपॉर्चुनिटी, वी हैव नॉट गिवन हिम स्किल, and we have not given him the high that he gets from cocaine। स्वामी विवेकानंद ने कहा सी, जे रब नूं लभना तो फुटबॉल फील्ड च मिलेगा। किसी भी नौजवान ਉਹਦੀ शक्ति ਨੂੰ सही दिशा ਦੇ ਵਿੱਚ संचालित करती है। Every 10 villages to have a stadium without CDs, ਉਹ ਪੌੜੀਆਂ ਪਾ ਕੇ ਪੈਸੇ ਖਾ ਜਾਂਦੇ। ਸਿੱਧਾ ਗਰਾਊਂਡ ਸਟੇਡੀਅਮ ਹੋਏਗਾ, ਉਹਦੇ ਵਿੱਚ ਸਿੰਥੈਟਿਕ ਟਰੈਕ ਰਨਿੰਗ ਵਾਸਤੇ ਹੋਏਗਾ, ਤੇ ਵਿੱਚ ਇੱਕ ਐਸਟ੍ਰੋਟਰਫ ਲੱਗੀ ਹੋਏਗੀ, चाहे फुटबॉल खेलो, चाहे हाकी, ते चाहे एथलैटिक्स, जिन्नी मर्जी करो। ते 4 अकैडमियां, 2 मालवे, 1 माझे, 1 दुआबे, स्पोर्ट्स अकैडमीज। कैच दैम यंग। जिहड़ा भी यंगस्टर इंटरनेशनल लेवल का होएगा, सरकार उन्होंने एडमिशन लैके देगी, उन्होंने स्कॉलरशिप देगी, ते उन्होंने माझे, मालवे और दुआबे वाली अकैडमी दे विच कनैक्ट करके एजुकेशन देगी। 4 अकैडमीज टू कम अप। कोई यूनिवर्सिटियां ने पत्थर पुत्थर नहीं रखने, असीं बना देनियां ने। पंजाब दी मीडिया दे वास्ते असीं डल्ला साहब रखे। वेख्या किसी दिन टाई हुंदी है ते किसी दिन दुआ हुंदा, तुहानूं सारा कुछ एक्सप्लेन करनगे कित्थे की मिलेगा, कित्थे असीं की दब्बिया। हाँ जी, उस तो बाद असी NRIs ते आने। सर ये दुआबा है, NRIs का गढ़ है। लोग जिथे NRIs नूं मनी बैग्स देखते हैं, केजरीवाल दोबारा नहीं जा सकता कनेडा, वो जुत्ते लैके खड़े हैं, हिसाब मंगते हैं। ते सिद्धू कदे 500 रुपए की प्लेट ली गया नहीं किते।
ਤੇ ਮੈਂ ਤੁਹਾਨੂੰ ਦੱਸਣਾ ਚਾਹਨਾ, we do not see them as just money bags. We see them as powerhouses of knowledge. We see them as enablers. We see them with people with ideas who are connected soulfully to Punjab. ਅਸੀਂ ਇੱਕ ਜਨਰੇਸ਼ਨ ਮਿਸ ਕਰਕੇ ਤੇ ਅਸੀਂ ਬਹੁਤ ਕੁਝ ਮਿਸ ਕਰ ਜਾਏ, ਕਿਉਂਕਿ ਜੇ ਉਹਨਾਂ ਦੇ ਬੱਚੇ ਵੱਡੇ ਹੋ ਗਏ, ਉਹ ਇੱਥੇ ਗਲੀਆਂ 'ਚ ਨਹੀਂ ਖੇਲੇ, ਉਹਨਾਂ ਦੀ ਆਤਮਾ ਇੱਥੇ ਨਹੀਂ ਵਸਦੀ, ਉਹ ਤੇ ਉੱਥੇ ਹਾਈ ਬਾਈ ਸੀਆਈ ਕਰਨਗੇ। Therefore, Punjab model wants to make them as shareholders in Punjab's development and revival. Contribution is not necessarily money, it is knowledge, ideas and connection. ਅਸੀਂ सम्मान देंगे ਤੇ ਉਹਨਾਂ ਨੇ ਅਰਮਾਨਾਂ ਨੂੰ ਖੰਭ ਦੇਾਂਗੇ। ਮੈਂ ਤੁਹਾਡੇ ਨਾਲ ਅੱਜ ਗੱਲ ਕਰਨਾ ਚਾਹਨਾ ਜਿਹੜੀ ਸ਼ਾਇਦ ਕਿਸੇ ਨੇ ਵੀ ਨਾ ਕੀਤੀ ਹੋਵੇ, ਰਿਸਰਚ ਡਰਿਵਨ। What are their problems? Their problems are legal rights are not protected. One, almost 10,000 NRIs are involved in litigation pertaining to property cases. Delay and obstacles in processes due to bureaucratic hurdles invest ਕਰਨ ਆਉਂਦੇ ਨੇ 2-3 ਮਹੀਨੇ ਅਫਸਰਾਂ ਦੇ ਚੱਕਰ ਵੀ ਫਸ ਜਾਂਦੇ ਆ ਤੇ ਫਰਸਟ੍ਰੇਟ ਹੋ ਕੇ ਭੱਜ ਜਾਂਦੇ। Lack of professional advice, financial discrimination ਤੇ marital matrimonial disputes and exploitation. These are the problems that they face. The idea I have in mind, and I'm open to any idea from Paji, from anybody, is protection. Number one, protection of legal rights. There is a mechanism that I have set up, consultation, ਲੋਕਾਂ ਦੇ ਨਾਲ, stakeholders ਦੇ ਨਾਲ, a separate tribunal dealing with illegal usurping of NRI properties in their absence. One, fast track courts for NRI. Fast track courts, separate tribunal, enabling improvement in online transactions like Intakal, Taqseem, ensuring NRIs can effect their transactions sitting abroad on digital portals. This is the power of digital Punjab. Legal Aid Center, 24/7 helpline for NRIs. Complaints regarding matrimonial issues to be assigned to the legal team of the state under the advocate general for quick action in 30 days. ਹੁਣ ਸਭ ਤੋਂ ਵੱਡਾ point, Punjab doesn't have a database of NRIs. ਕੋਈ database ਨਹੀਂ ਹੈ। We will create an NRI commission, single point contact for NRIs. ਇਹ ਥਾਣੇਦਾਰ ਕੋਲ ਨਹੀਂ ਜਾਏਗਾ, ਕਿਸੇ SSP ਕੋਲ ਨਹੀਂ ਜਾਏਗਾ। Such as a guarantee grievance redressal within 30 days to invest assistance and the protection of his rights. ਚਾਹੇ ਉਹਨੇ ਇਨਵੈਸਟਮੈਂਟ ਕਰਨੀ ਹੈ, ਚਾਹੇ ਲੀਗਲ ਪ੍ਰੋਟੈਕਸ਼ਨ ਲੈਣੀ ਹੈ, NRI commission, single point contact, and he goes to no one. We do not have a database of NRIs. Having a database in first place is very important. Then we can connect our youth with the established NRI for mentorship, guidance and partnership. Not only that, Punjab youth, jada bhi hai, unhu guidance chahiye and the NRIs can lead him. NRI ਕੋਲ ਕਾਰਡ ਹੋਏਗਾ, single stop for non-residents to connect with the Punjab government, the multi-purpose photo identity card entitles every NRI to avail all these services and facilities offered by the government of Punjab. Eco card. NRI card holders will be given special preference to government offices, tehsils and redressal of all issues. ਇਹ ਜੀ NRIਆਂ ਦਾ ਸਾਡਾ ਪ੍ਰੋਗਰਾਮ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ 13 ਪੁਆਇੰਟ ਸੀ।